ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੰਡਰਫੁਲ ਵੂਮਨਸ ਵੈਨਸਡੇ ਦੇ ਵਿੱਚ ਮੇਰੇ ਨਾਲ ਜਿਹੜੀ ਸ਼ਖਸੀਅਤ ਸ਼ਾਮਿਲ ਹੋ ਰਹੀ ਹੈ, ਉਸ ਦਾ ਜਿਹੜਾ ਪੈਸ਼ਨ ਹੈ ਉਹ ਇਹੀ ਹੈ ਕਿ ਔਰਤਾਂ ਬਾਰੇ ਗੱਲ ਹੋਣੀ ਚਾਹੀਦੀ ਹੈ, ਔਰਤਾਂ ਦੇ ਨਾਲ ਗੱਲ ਹੋਣੀ ਚਾਹੀਦੀ ਹੈ। ਬਹੁਤ ਸਾਰੇ ਇਹੋ ਜਿਹੇ ਇਸ਼ੂਜ਼ ਨੇ ਜਿਹੜੇ ਇਹਨਾਂ ਨੂੰ ਟੱਚ ਕਰਦੇ ਨੇ। ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਬੇਸ਼ੱਕ ਇਹ ਔਰਤਾਂ ਦੇ ਨਾਲ ਜੁੜੇ ਇਸ਼ੂਜ਼ 'ਤੇ ਗੱਲ ਕਰਨਾ ਚਾਹੁੰਦੇ ਨੇ, ਔਰਤਾਂ ਦੇ ਨਾਲ ਜੁੜੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਬਾਰੇ ਇਹ ਪੈਸ਼ਨੇਟ ਨੇ। ਇਹਨਾਂ ਨੇ ਬੱਚਿਆਂ ਬਾਰੇ ਬਹੁਤ ਕੰਮ ਕੀਤਾ ਹੈ ਅਤੇ ਅੱਜ ਕੱਲ੍ਹ ਵੀ ਬੱਚਿਆਂ ਦੇ ਲਈ ਬੱਚਿਆਂ ਬਾਰੇ ਕੰਮ ਕਰ ਰਹੇ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਨਾਲ ਅੱਜ ਦੇ ਮਹਿਮਾਨ ਨੇ ਦਲਜੀਤ ਗਿੱਲ ਬਦੇਸ਼ਾ। ਦਲਜੀਤ ਜੀ, ਬਹੁਤ-ਬਹੁਤ ਜੀ ਆਇਆਂ ਨੂੰ, ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ ਨਵਜੋਤ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਦਲਜੀਤ ਹੁਣਾਂ ਬਾਰੇ ਬਹੁਤ ਸਾਰੀਆਂ ਗੱਲਾਂ ਅੱਜ ਤੁਹਾਨੂੰ ਨਵੀਆਂ ਪਤਾ ਲੱਗਣਗੀਆਂ। ਜਿਹੜੇ ਲੋਕ ਦਲਜੀਤ ਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਦਲਜੀਤ ਜਦੋਂ ਕਮਿਊਨਿਟੀ ਦੇ ਵਿੱਚ ਵਿਚਰਦੇ ਨੇ ਤਾਂ ਬਹੁਤ ਸਾਰੀਆਂ ਐਸੋਸੀਏਸ਼ਨਸ ਤੁਸੀਂ ਉਹਨਾਂ ਦੇ ਨਾਲ ਮਹਿਸੂਸ ਕਰਦੇ ਹੋ। ਜੇ ਮੈਂ ਉਹਨਾਂ ਦੇ ਸਫ਼ਰ ਦੀ ਗੱਲ ਸ਼ੁਰੂ ਕਰਾਂ ਤਾਂ ਉਹ ਉਹਨਾਂ ਦੀ ਜ਼ੁਬਾਨੀ ਹੀ ਸੁਣਾਂਗੇ, ਪਰ ਸਭ ਤੋਂ ਪਹਿਲਾਂ ਜੋ ਇਸ ਟਾਈਮ ਜਿਸ ਅਹੁਦੇ 'ਤੇ ਨੇ ਉਹ ਮੈਂ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਇਸ ਵੇਲੇ ਜਿਹੜਾ ਸੈਂਟਰ ਫਾਰ ਚਾਈਲਡ ਡਿਵੈਲਪਮੈਂਟ ਹੈ ਉਸ ਦੇ ਵਿੱਚ ਇਹ ਕਮਿਊਨਿਟੀ ਹੈਲਥ ਐਂਡ ਚਾਈਲਡ ਕੇਅਰ ਪਾਰਟਨਰਸ਼ਿਪਸ ਦੇ ਵਾਈਸ ਪ੍ਰੈਜ਼ੀਡੈਂਟ ਦੇ ਤੌਰ 'ਤੇ ਕੰਮ ਕਰ ਰਹੇ ਨੇ। ਇਹਨਾਂ ਨੇ ਹੁਣ ਤੱਕ ਕਿਹੜੇ ਰੋਲਸ ਪਲੇ ਕੀਤੇ ਨੇ, ਸਿਟੀ ਆਫ ਸਰੀ ਦੇ ਵਿੱਚ ਵੀ ਕੰਮ ਕਰਦੇ ਰਹੇ ਨੇ। ਇਸ ਤੋਂ ਇਲਾਵਾ ਕਈ ਹੋਰ ਪੋਜੀਸ਼ਨਸ ਜਿਨ੍ਹਾਂ 'ਤੇ ਰਹਿ ਚੁੱਕੇ ਨੇ, ਉਹਨਾਂ ਰੋਲਸ ਬਾਰੇ ਵੀ ਗੱਲ ਕਰਾਂਗੇ। ਪਰ ਸਭ ਤੋਂ ਪਹਿਲਾਂ ਮੈਂ ਦਲਜੀਤ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੁੰਦੀ ਹਾਂ ਕਿ ਜੇ ਦਲਜੀਤ ਗਿੱਲ ਬਦੇਸ਼ਾ ਨੂੰ ਸਾਡੇ ਸੁਣਨ ਵਾਲੇ ਸਮਝਣਾ ਚਾਹੁਣ ਕਿ ਕੌਣ ਹੈ, ਅੱਜ ਦੀ ਮੇਰੀ ਉਹ ਵੰਡਰਫੁਲ ਵੂਮਨ ਕਿਉਂ ਹੈ, ਇਹ ਤਾਂ ਉਹਨਾਂ ਨੂੰ ਸੁਣ ਕੇ ਪਤਾ ਲੱਗੇਗਾ। ਪਰ ਦਲਜੀਤ ਆਪਣੇ ਆਪ ਨੂੰ ਇੱਕ ਔਰਤ ਦੇ ਤੌਰ 'ਤੇ ਕਿਵੇਂ ਡਿਫਾਈਨ ਕਰਦੀ ਆ? That's a good question. I think I can say as a woman and as a professional, ਮੇਰਾ ਫੋਕਸ always ਇਹੀ ਰਿਹਾ ਵੀ ਮੈਂ ਕਮਿਊਨਿਟੀ 'ਚ ਸੇਵਾ ਕਿੱਦਾਂ ਕਰਾਂ ਅਤੇ ਚੇਂਜ ਕਿੱਦਾਂ ਲਿਆਵਾਂ। ਸੋ ਮੈਂ ਆਪਣੇ ਆਪ ਨੂੰ ਚੇਂਜ ਮੇਕਰ ਸਮਝਦੀ ਹਾਂ। ਸੋ ਇਹ ਬੱਚਿਆਂ ਲਈ ਹੋਵੇ, ਸੀਨੀਅਰਸ ਲਈ ਹੋਵੇ, ਵੂਮਨਸ ਲਈ ਹੋਵੇ, ਇਹ ਮੇਰਾ ਕੰਮ ਜਿਹੜਾ ਨਾਨ ਪ੍ਰੋਫਿਟ 'ਚ ਰਿਹਾ, ਸਿਟੀ 'ਚ ਰਿਹਾ, ਅਤੇ ਮੇਰਾ ਫੋਕਸ ਇਹੀ ਆ ਵੀ ਪੋਜ਼ੀਟਿਵ ਚੇਂਜ ਕਮਿਊਨਿਟੀ 'ਚ ਕਿੱਦਾਂ ਲਿਆਈਏ। ਕਿੱਥੇ ਤੁਹਾਨੂੰ ਲੱਗਦਾ ਕਿ ਚੇਂਜ ਦੀ ਜ਼ਰੂਰਤ ਹੈ? ਆਈ ਥਿੰਕ ਅੱਜ ਕੱਲ੍ਹ ਆਪਾਂ ਨੂੰ ਹੁਣ ਪੈਂਡੈਮਿਕ ਥਰੂ ਆਪਾਂ ਦੇਖਦੇ ਹਾਂ ਵੀ ਚੇਂਜ ਹਰੇਕ ਜਗ੍ਹਾ ਲੋੜ ਆ। ਫਰੋਮ ਅ ਸੋਸ਼ਲ ਜਸਟਿਸ ਪਰਸਪੈਕਟਿਵ, ਵੂਮਨ ਇਸ਼ੂਜ਼, ਪੀਪਲ ਆਫ ਕਲਰ, ਇੰਡੀਜੀਨਸ ਕਮਿਊਨਿਟੀ, ਸਾਰੇ ਤਰ੍ਹਾਂ 'ਚ ਆਪਾਂ ਨੂੰ ਚੇਂਜ ਅਤੇ ਅਵੇਅਰਨੈਸ ਦੀ ਲੋੜ ਆ। ਅਤੇ ਚੇਂਜ ਤਾਂ ਹੀ ਆਓ ਜਦੋਂ ਆਪਾਂ ਆਪਣੇ ਕੋਲ ਅਵੇਅਰਨੈਸ, ਅੰਡਰਸਟੈਂਡਿੰਗ ਅਤੇ ਕੰਪੈਸ਼ਨ ਇੱਕ ਦੂਜੇ ਲਈ ਹੁੰਦਾ ਆ। ਦਲਜੀਤ ਉਹਨਾਂ ਦੇ ਨਾਲ ਬਹੁਤ ਸਾਲਾਂ ਤੋਂ ਮੈਂ ਗੱਲ ਕਰਦੀ ਆ ਰਹੀ ਹਾਂ। ਬੜੇ ਸਾਲਾਂ ਤੋਂ ਅਸੀਂ ਇਕੱਠੇ ਪ੍ਰੋਗਰਾਮ ਕੀਤੇ ਆ ਜਦੋਂ ਇਹ ਡਾਇਵਰਸਿਟੀ ਦੇ ਵਿੱਚ ਵੀ ਸਨ, ਅਤੇ ਮੇਰਾ ਹਮੇਸ਼ਾ ਇਸ ਗੱਲ 'ਤੇ ਫੋਕਸ ਹੁੰਦਾ ਸੀ ਕਿ ਜਨਵਰੀ ਮਹੀਨੇ ਦੇ ਵਿੱਚ ਤਕਰੀਬਨ ਪਹਿਲੇ ਹਫ਼ਤੇ ਦੇ ਵਿੱਚ ਇਹਨਾਂ ਦੇ ਨਾਲ ਜ਼ਰੂਰ ਇੱਕ ਪ੍ਰੋਗਰਾਮ ਕੀਤਾ ਜਾਵੇ। ਦਲਜੀਤ, ਮੈਨੂੰ ਯਾਦ ਹੈ ਤੁਸੀਂ ਇੱਕ ਕੈਲੰਡਰ ਤਿਆਰ ਕਰਦੇ ਹੁੰਦੇ ਸੀ ਬੱਚਿਆਂ ਦੇ ਲਈ, ਸਾਲ ਭਰ ਦਾ ਕੈਲੰਡਰ ਹੁੰਦਾ ਸੀਗਾ। ਉਹਦੇ ਬਾਰੇ ਵੀ ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਜ਼ਿਕਰ ਕਰੋ। ਪਰ ਅੱਗੇ ਚੱਲ ਕੇ ਦਲਜੀਤ ਗਿੱਲ ਦਾ ਜਿਹੜਾ ਸਫ਼ਰ ਹੈ ਉਹ ਕਿੱਥੋਂ ਸ਼ੁਰੂ ਹੋਇਆ? ਦਲਜੀਤ, ਤੁਸੀਂ ਕੈਨੇਡਾ ਦੇ ਬੌਰਨ ਹੋ? ਹਾਂਜੀ। ਸਮਾਲ ਟਾਊਨ ਔਨ ਵੈਂਕੂਵਰ ਆਈਲੈਂਡ, ਪੋਰਟ ਅਲਬਰਨੀ ਐਕਚੁਅਲੀ। ਹਾਂਜੀ, ਬਹੁਤ ਛੋਟਾ। ਮੈਂ ਹੁਣੇ ਹੋ ਕੇ ਆਈ ਹਾਂ ਉੱਥੇ। ਆਈ ਨੋ, ਮੈਂ ਦੇਖਿਆ ਸੀ ਤੁਹਾਡਾ ਸੋਸ਼ਲ ਮੀਡੀਆ, ਤੁਸੀਂ ਪੋਰਟ ਅਲਬਰਨੀ ਥਰੂ ਲੰਘੇ ਆ। ਬਿਲਕੁਲ ਵਿੱਚ ਲੰਘ ਕੇ ਗਏ ਆ। ਸੋ ਬਹੁਤ ਛੋਟੇ ਜਾਂ ਤੁਸੀਂ ਮੇਰੇ ਹੋਮ ਟਾਊਨ ਗਏ। ਮੈਂ ਖੁਦ ਟਿਫਿਨੋ ਜਾ ਕੇ ਆਈ ਹਾਂ 2 ਵੀਕਾਂ ਪਹਿਲਾਂ। ਅੱਛਾ। ਸੋ ਬੋਰਨ ਐਂਡ ਰੇਜ਼ਡ ਇਨ ਅ ਸਮਾਲ ਟਾਊਨ। ਉੱਥੇ ਮੈਂ ਆਪਣੀ ਗ੍ਰੇਡ 12 ਕੀਤੀ। ਫਿਰ ਮੈਂ ਮੇਨਲੈਂਡ ਵੰਨੀ ਆਈ ਸੀਗੀ ਯੂਨੀਵਰਸਿਟੀ ਜਾਣ ਨੂੰ, ਟੂ ਗੋ ਟੂ UBC। ਅੱਛਾ। ਸੋ ਉਦੋਂ ਬਾਅਦ ਮਾਈ ਹੋਮ ਹੈਜ਼ ਬਿਨ ਔਨ ਦ ਮੇਨਲੈਂਡ। ਅੱਛਾ, ਅਤੇ ਤੁਹਾਡੇ ਪੇਰੈਂਟਸ ਕਦੋਂ ਆਏ ਇੰਡੀਆ ਤੋਂ? ਮਾਈ ਪੇਰੈਂਟਸ ਕੇਮ ਇਨ 1970, ਇਨ ਦ ਅਰਲੀ 70s, ਦੋਨੇ ਆਏ ਸੀਗੇ। ਅਤੇ ਪੋਰਟ ਅਲਬਰਨੀ ਦੇ ਵਿੱਚ ਤੁਹਾਡਾ ਜਿਹੜਾ ਬਚਪਨ ਆ ਉਹ ਬੀਤਿਆ, ਥੋੜ੍ਹਾ ਜਿਹਾ ਉਹਨਾਂ ਦਿਨਾਂ ਬਾਰੇ ਦੱਸੋ ਕਿ ਕਿਹੋ ਜਿਹਾ ਮਾਹੌਲ ਸੀ ਆਲੇ ਦੁਆਲੇ? ਪੰਜਾਬੀ ਫੈਮਲੀਜ਼ ਹੋਰ ਵੀ ਹੁੰਦੀਆਂ ਸੀ, ਡਿਸਕਰਾਈਬ ਕਰੋ ਪਲੀਜ਼। ਪੋਰਟ ਅਲਬਰਨੀ ਤਾਂ ਇਟਸ ਬਹੁਤ ਛੋਟਾ ਟਾਊਨ ਆ, ਅਤੇ ਉੱਥੇ ਬਚਪਨ ਟਾਈਮ ਲਈ ਤਾਂ ਬਹੁਤ ਵਧੀਆ ਸੀ। ਆਪਣੀਆਂ ਪੰਜਾਬੀ ਫੈਮਲੀਜ਼ ਤਾਂ ਬਹੁਤ ਥੋੜ੍ਹੀਆਂ ਸੀ। ਗੁਰਦੁਆਰੇ ਐਵਰੀ ਵੀਕਐਂਡ ਜਾਂਦੇ ਸੀ। ਗੁਰਦੁਆਰੇ 'ਚ ਮੇਰੇ ਮਮ ਡੈਡ ਬਹੁਤ ਇਨਵੋਲਵ ਸੀ, ਸੇਵਾ ਬਹੁਤ ਕੀਤੀ ਮੇਰੇ ਮਮ ਡੈਡ ਨੇ। ਸਾਨੂੰ ਵੀ ਸਿਖਾਇਆ ਸੇਵਾ ਦਾ ਮਤਲਬ ਕੀ ਹੁੰਦਾ। ਆਈ ਥਿੰਕ 100-150 ਪੰਜਾਬੀ ਫੈਮਲੀ ਆਈ ਥਿੰਕ ਉਦੋਂ ਸੀਗੀਆਂ, ਇੰਨੀਆਂ ਜ਼ਿਆਦਾ ਨਹੀਂ ਸੀਗੀਆਂ। 100-150 ਸ਼ਾਇਦ 200 ਤੱਕ ਹੋ ਵੱਧ ਤੋਂ ਵੱਧ, ਬਟ ਨਾਟ ਵੈਰੀ ਮੈਨੀ। ਸੋ ਪੋਰਟ ਅਲਬਰਨੀ ਦੀ ਗੱਲ ਕਰਦੇ ਤੁਸੀਂ? ਹਾਂਜੀ। ਅੱਛਾ, ਉੱਥੇ ਵੀ ਇੰਨੇ ਕੁ ਲੋਕ ਹੈਗੇ ਸੀ ਆ? ਉੱਥੇ 3 ਗੁਰਦੁਆਰੇ ਸੀ ਜਦੋਂ ਤੱਕ ਆਈ ਗ੍ਰੈਜੂਏਟਡ ਐਂਡ ਮੂਵਡ ਆਊਟ। ਸੋ
ਇਟਸ ਬਿਗ ਇਨਫ ਟਾਊਨ ਸੀਗਾ ਬਟ ਇੱਦਾਂ ਸੀਗਾ ਵੀ ਜਿਹੜੀਆਂ ਫੈਮਿਲੀ ਸੀ ਅਸੀਂ ਮੋਸਟਲੀ ਇੱਕ ਦੂਜੇ ਨੂੰ ਸਾਰਿਆਂ ਨੂੰ ਜਾਣਦੇ ਸੀ ਐਂਡ ਮੋਸਟਲੀ ਤੁਹਾਡੀ ਇੰਟਰੈਕਸ਼ਨਸ ਕਨੈਕਸ਼ਨਸ ਥਰੂ ਗੁਰਦੁਆਰਾ ਰਾਈਟ ਕਿਉਂਕਿ ਉਸ ਵੇਲੇ ਗੁਰਦੁਆਰੇ ਤੁਸੀਂ ਜਾਂਦੇ ਸੀ ਪ੍ਰੇਅਰ ਲਈ ਪਾਠ ਲਈ ਪਰ ਆਲਸੋ ਫॉर ਸੋਸ਼ਲਾਈਜ਼ਿੰਗ ਬਿਕਾਜ਼ ਆਪਣੇ ਕਿਹੜਾ ਉੱਥੇ ਕੋਈ ਹੋਰ ਕਮਿਊਨਿਟੀ ਸੈਂਟਰ ਹੁੰਦੇ ਸੀ ਸੋ ਤੁਹਾਡਾ ਮੇਨ ਕਨੈਕਸ਼ਨ ਥਰੂ ਦ ਕਮਿਊਨਿਟੀ ਵਾਸ ਫਰਮ ਦ ਗੁਰਦੁਆਰਾ and you know very small town small elementary school high school ਤੇ ਜੋ free time ਹੁੰਦਾ ਸੀ outdoor activities ਜ਼ਿਆਦਾ ਕਰਦੇ ਸੀ like lake ਨੂੰ ਜਾਣਾ ਤੁਸੀਂ ਹੁਣ ਦੇਖਿਆ ਉੱਥੇ the beauty of Vancouver Island go to the lake picnic at the park ਜਦੋਂ ਮੈਂ ਛੋਟੀ ਸੀ ਉਦੋਂ ਐਕਚੁਅਲੀ ਸਟੋਰਸ ਜਿਹੜੇ ਆਪਣੇ ਆਹ ਕਮਰਸ਼ੀਅਲ ਸਟੋਰ ਹੁੰਦੇ ਆ ਸੰਡੇ ਬੰਦ ਹੁੰਦੇ ਸੀ ਅੱਛਾ ਸੋ ਸੰਡੇ ਸਾਡੀ ਰੂਟੀਨ ਇਹੀ ਹੁੰਦੀ ਸੀ ਜਾਂ ਗੁਰਦੁਆਰੇ ਜਾਣਾ ਆ ਜਾਂ ਪਿਕਨਿਕ ਤੇ ਚਲੇ ਜਾਣਾ ਫੈਮਿਲੀ ਦੇ ਨਾਲ ਰਾਈਟ ਸੋ ਬਹੁਤ ਟਾਈਮ ਸਪੈਂਡ ਕੀਤਾ ਵਿਦ ਇਨ ਆਰ ਓਨ ਇਮੀਡੀਏਟ ਫੈਮਿਲੀ ਐਂਡ ਸਮ ਕਲੋਜ਼ ਸੋਸ਼ਲ ਫਰੈਂਡਸ ਜਿਹੜਾ ਸੋਸ਼ਲ ਸਰਕਲ ਹੋਰ ਕਿਹੋ ਜਿਹਾ ਹੁੰਦਾ ਸੀ ਆਪਣੀ ਕਮਿਊਨਿਟੀ ਦੇ ਬੱਚਿਆਂ ਤੋਂ ਇਲਾਵਾ ਬਾਕੀ ਕਮਿਊਨਿਟੀਜ਼ ਦੇ ਨਾਲ ਚੰਗਾ ਮੇਲ ਮਿਲਾਪ ਸੀ ਜਾਂ I would say it was good ਕਿਉਂਕਿ ਟਾਊਨ ਸਮਾਲ ਸੀ ਇੱਕ ਦੂਜੇ ਨੂੰ ਜਾਣਦੇ ਸੀ ਆਈ ਨੋ ਜਿੱਦਾਂ ਮੇਰੇ ਮਮ ਐਂਡ ਡੈਡ ਉਹਨਾਂ ਦੀ ਜਨਰੇਸ਼ਨ ਨਾਲ ਓਬਵੀਅਸਲੀ ਥੋੜ੍ਹੀ ਬਹੁਤੀ ਰੇਸਿਜ਼ਮ ਸੀਗੀ ਆਈ ਥਿੰਕ ਛੋਟੇ ਟਾਊਨਾਂ 'ਚ ਥੋੜ੍ਹੀ ਘੱਟ ਸੀ ਉਸ ਵੇਲੇ ਆਹ ਵੱਡੇ ਟਾਊਨਾਂ 'ਚ ਥੋੜ੍ਹੀ ਜ਼ਿਆਦਾ ਸੀ ਅੱਛਾ ਰਾਈਟ ਸੋ ਆਈ ਥਿੰਕ ਦੇਅਰ ਪੀਪਲ ਵਰ ਮੋਰ ਕਨੈਕਟਡ friends ਹੁੰਦੇ ਸੀ of different cultures and backgrounds for sure ਪਰ mostly ਤੁਸੀਂ ਥੋੜ੍ਹਾ ਆਪਣੀ ਕਮਿਊਨਿਟੀ ਵਿੱਚ ਹੀ ਜ਼ਿਆਦਾ ਰਹਿੰਦੇ ਸੀਗੇ ਕਿਉਂਕਿ ਤੁਹਾਡੀ ਸੋਸ਼ਲ ਲਾਈਫ ਉਹਨਾਂ ਨਾਲ ਹੀ ਜ਼ਿਆਦਾ ਹੁੰਦੀ ਸੀ ਆਊਟਸਾਈਡ ਆਫ ਸਕੂਲ ਘਰ ਦੇ ਵਿੱਚ ਹੋਰ ਤੁਹਾਡੇ ਸਿਬਲਿੰਗਸ ਛੋਟੇ ਸੀ ਵੱਡੇ ਸੀ ਹਾਂਜੀ 2 ਛੋਟੇ ਭਰਾ ਮੇਰੇ ਤੋਂ ਅੱਛਾ ਐਂਡ ਮਾਈ ਦਾਦਾ ਦਾਦੀ ਮਮ ਐਂਡ ਡੈਡ ਸੋ that was our household ਤੇ ਉਦੋਂ ਕੁੜੀਆਂ ਲਈ ਕਿਹੋ ਜਿਹਾ ਮਾਹੌਲ ਸੀ ਕੋਈ ਜਿਵੇਂ ਹੁਣ ਆਪਾਂ ਦੇਖਦੇ ਹਾਂ ਹੁਣ ਤਾਂ ਬਹੁਤ ਅੱਗੇ ਤੱਕ ਸਾਡੀਆਂ ਕੁੜੀਆਂ ਚਲੀਆਂ ਗਈਆਂ ਉਦੋਂ ਕਿਹੋ ਜਿਹਾ ਸੀ ਕੋਈ ਜੇ ਤੁਹਾਨੂੰ ਤੁਹਾਡੇ ਕੁਝ ਮੈਮਰੀਜ਼ ਦੇ ਵਿੱਚ ਹੋਵੇ you know I think ਜਿਹੜੀ ਮੇਰੀ upbringing ਸੀ it was a little bit unique in that my parents were mom dad very open ਸੀਗੇ ਅੱਛਾ for me as a girl to have freedom right so ਇਹਦੇ ਕਰਕੇ I got to do a lot of things that I think Punjabi girls at that time didn't get a chance to do. ਤੇ ਇਹਦਾ ਮੈਨੂੰ ਜ਼ਿਆਦਾ ਮਹਿਸੂਸ ਹੋਇਆ ਜਦੋਂ ਮੈਂ ਇੱਥੇ ਵੈਨਕੂਵਰ ਮੂਵ ਹੋਈ ਫਿਰ ਮੈਨੂੰ ਥੋੜ੍ਹਾ ਸਮਝ ਆ ਵੀ ਅੱਛਾ ਆਪਣੀ ਕਮਿਊਨਿਟੀ 'ਚ ਇਹ ਰਿਸਟ੍ਰਿਕਸ਼ਨਸ ਵੀ ਹੁੰਦੀਆਂ ਵੈਨਕੂਵਰ ਇਕੱਲੇ ਮੂਵ ਹੋਏ ਸੀ ਫਿਰ ਤੁਸੀਂ ਹਾਂਜੀ ਫਿਰ ਮੈਂ ਇਕੱਲੇ ਮੂਵ ਹੋਈ ਸੀ ਟੂ ਗੋ ਟੂ ਯੂਨੀਵਰਸਿਟੀ ਫਿਰ ਉਸ ਤੋਂ ਬਾਅਦ ਸ਼ਾਦੀ ਇੱਧਰ ਹੋ ਗਈ ਫਿਰ ਆਈ ਬੀਨ ਸਟੇਇੰਗ ਹੇਅਰ ਸਿੰਸ ਦੈਨ ਓਕੇ ਬਟ ਛੋਟੇ ਟਾਊਨ 'ਚ ਮੈਨੂੰ ਇੰਨਾ ਫੀਲ ਨਹੀਂ ਹੋਇਆ ਵੀ ਮੇਰੇ 'ਤੇ ਕੋਈ ਰਿਸਟ੍ਰਿਕਸ਼ਨ ਆ ਜਾਂ ਵੀ ਪੰਜਾਬੀ ਕੁੜੀਆਂ ਨੂੰ ਸਪੈਸ਼ਲੀ ਵੀ ਇੰਨੀ ਫਰੀਡਮ ਨਹੀਂ ਹੈਗੀ ਉਹ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਪੇਰੈਂਟਸ ਪਿੰਡਾਂ ਤੋਂ ਆਏ ਸੀ ਜਾਂ ਸ਼ਹਿਰ ਤੋਂ ਆਏ ਨਹੀਂ ਪਿੰਡਾਂ ਤੋਂ ਆਏ ਸੀਗੇ ਅੱਛਾ ਰਾਈਟ ਬਟ ਆਈ ਥਿੰਕ ਉਹਨਾਂ ਦੀ ਦੇ ਵਰ ਕੁਆਇਟ ਪ੍ਰੋਗਰੈਸਿਵ ਮੈਂ ਇੱਕ ਵਾਰੀ ਆਪਣੇ ਡੈਡ ਨੂੰ ਵੀ ਪੁੱਛਿਆ ਸੀ ਵੀ ਤੁਸੀਂ ਇੱਥੇ ਆ ਕੇ ਤੁਸੀਂ ਆਪਣੀ ਪੇਰੈਂਟਿੰਗ ਸਟਾਈਲ ਕਿਉਂ ਚੇਂਜ ਕੀਤੀ ਤੁਸੀਂ ਇੰਨੇ ਪ੍ਰੋਗਰੈਸਿਵ ਕਿਉਂ ਹੋ ਗਏ ਐਂਡ ਹੀ ਸੈਡ ਵੀ ਜੇ ਮੈਂ ਬੱਚੇ ਇੱਥੇ ਪਾਲਣੇ ਆ ਮੈਂ ਐਡਜਸਟ ਕਰ ਲੈਣਾ ਆਪਣੇ ਆਪ ਨੂੰ ਸੋ ਵੀ ਮੇਰੇ ਬੱਚੇ ਇੱਥੇ ਸਕਸੈਸਫੁਲ ਹੋਵੇ ਰਾਈਟ ਐਂਡ ਮਾਈ ਮਮ ਵਰਕਡ ਸੋ ਆਈ ਥਿੰਕ ਇੱਦਾਂ ਵੀ ਫਰਕ ਪੈਂਦਾ she worked in the restaurant sector ਉਹਦੀ ਆਪਦੀ ਛੋਟੀ ਬਿਜ਼ਨਸ ਵੀ ਰਹੀ ਆ in a small town so yeah I had a working mom ਮੇਰੀ mom ਦੀ ਇੰਗਲਿਸ਼ ਵੀ ਬਹੁਤ ਵਧੀਆ ਉਹ ਤਾਂ ਆਪ ਬਹੁਤ ਯੰਗ ਸੀ ਜਦੋਂ ਆਈ ਸੀਗੀ ਸਾਰੀ 19 ਸਾਲਾਂ ਦੀ ਸੀਗੀ right so they integrated very well into the community ਉਹਦੇ ਕਰਕੇ I think for me and my brothers we had quite a progressive upbringing ਤੁਹਾਡੀ ਪੰਜਾਬੀ ਬਹੁਤ ਵਧੀਆ ਥੈਂਕ ਯੂ ਯੂ ਨੋ ਆਈ ਥਿੰਕ ਘਰ 'ਚ ਦਾਦਾ ਦਾਦੀ ਰਹਿੰਦੇ ਸੀ ਅਸੀਂ ਘਰ 'ਚ ਉਸ ਵੇਲੇ ਪੰਜਾਬੀ ਜ਼ਿਆਦਾ ਬੋਲਦੇ ਸੀਗੇ ਹੁਣ ਮੈਂ ਆਪਣੇ ਬੱਚੇ ਨਾਲ ਤਾਂ ਐਕਚੁਅਲੀ ਇਨਫ ਨਹੀਂ ਬੋਲਦੀ ਪੰਜਾਬੀ ਪਰ ਫਿਰ ਵੀ ਯੂ ਨੋ ਘਰ ਦੇ ਵਿੱਚ ਅਸੀਂ ਪੰਜਾਬੀ ਬੋਲਦੇ ਸੀ ਦੈਨ ਮੇਰਾ ਵਿਆਹ ਹੋਇਆ ਸੀ ਆਈ ਵਾਜ਼ ਓਨਲੀ 21 ਐਂਡ ਆਈ ਵੈਂਟ ਟੂ ਦ ਬਦੇਸ਼ਾ ਫੈਮਿਲੀ ਜਿਹਦੇ 'ਚ ਅਸੀਂ ਜ਼ਿਆਦਾ ਪੰਜਾਬੀ ਬੋਲਦੇ ਹਾਂ ਸੋ ਆਈ ਥਿੰਕ ਉਹਦੇ ਨਾਲ ਮੇਰੀ ਪੰਜਾਬੀ ਜ਼ਿਆਦਾ ਐਡਵਾਂਸਡ ਹੁੰਦੀ ਰਹੀ ਆ ਅਤੇ ਜਦੋਂ ਆਈ ਵਾਜ਼ ਡੂਇੰਗ ਦਾ ਸਾਊਥ ਏਸ਼ੀਅਨ ECD ਚਾਈਲਡਹੁੱਡ ਵਰਕ ਉਦੋਂ ਵੀ ਮੇਰੀ ਥੋੜ੍ਹੇ ਨਾਲ ਇੰਟਰਵਿਊਜ਼ ਕਰਕੇ ਪੰਜਾਬੀ ਪੜ੍ਹਨ 'ਚ ਅਤੇ ਬੋਲਣ 'ਚ ਬਹੁਤ ਫਰਕ ਪੈ ਗਿਆ ਬਿਕਾਜ਼ ਉਦੋਂ ਆਈ ਵਾਜ਼ ਕੁਆਇਟ ਇਨਵੋਲਵਡ ਦੈਨ ਇਨ ਦਾ ਪੰਜਾਬੀ ਕਮਿਊਨਿਟੀ ਦਿਲਜੀਤ ਕੀ ਬਣਨਾ ਚਾਹੁੰਦੇ ਸੀ ਮਨ ਦੇ ਵਿੱਚ ਇਹ ਹੁੰਦਾ ਸੀ ਕਿ ਵੀ ਵੱਡੀ ਹੋ ਕੇ ਮੈਂ ਇਹ ਬਣੂੰਗੀ ਬੱਚਿਆਂ ਕੋਲ ਅਕਸਰ ਇਹ ਕੁਐਸਚਨ ਜਿਹੜੇ ਆ ਪੇਰੈਂਟਸ ਵੀ ਪੁੱਛਦੇ ਆ ਹਾਂਜੀ ਜਦੋਂ ਵੀ ਕਿਸੇ ਨੇ ਆਪਣੀ ਕਮਿਊਨਿਟੀ ਦੇ ਵਿੱਚ ਆਪਾਂ ਇਹ ਦੇਖਦੇ ਹਾਂ ਨਾ ਕਿ ਵੀ ਬੱਚੇ ਨੂੰ ਬੁਲਾਉਣਾ ਉਹ ਪਹਿਲਾ ਸਵਾਲ ਹੁੰਦਾ ਨਾਮ ਪੁੱਛਣਾ ਦੂਜਾ ਹੁਣ ਵੱਡੀ ਹੋ ਕੇ ਕੀ ਬਣਨਾ ਮੇਰੀ ਬੇਟੀ ਨੂੰ ਜਦੋਂ ਕੋਈ ਸਵਾਲ ਪੁੱਛਦਾ ਕਿ ਵੱਡੀ ਹੋ ਕੇ ਕੀ ਬਣੂਗੀ ਉਹ ਕਹਿੰਦੀ ਅਡਲਟ ਦੈਟਸ ਅ ਗੁੱਡ ਆਨਸਰ ਆਈ ਥਿੰਕ ਜਦੋਂ ਆਪਾਂ ਪੁੱਛ ਲੈਂਦੇ ਬੱਚੇ ਨੂੰ ਪਰ ਉਦੋਂ ਆਪਾਂ ਬਹੁਤ ਯੰਗ ਹੁੰਦੇ ਆਪਾਂ ਨੂੰ really ਪਤਾ ਤਾਂ ਹੁੰਦਾ ਨਹੀਂ ਅਬਾਊਟ ਆਰਸੈਲਵਸ ਔਰ ਫਿਊਚਰ ਬਟ ਪਹਿਲਾਂ I wanted to become a lawyer, right? You know, ਆਪਣੇ typical careers ਹੁੰਦੇ ਆ doctor, lawyer, engineer, right? I wanted to become a lawyer. ਫਿਰ ਮੇਰਾ I don't know why in grade 12 mind change ਹੋ ਗਿਆ. I took a psychology 100 class in high school. ਫਿਰ ਉਦੋਂ ਮੇਰਾ mind change ਹੋ ਗਿਆ ਵੀ no, I want to go into psychology counseling. And ਵੀ ਮੈਂ help ਕਰਨਾ ਚਾਹੁੰਦੀ ਹਾਂ.
ਸੋ ਇਹ ਮੇਰੇ ਅੰਦਰੋਂ ਇਹ ਬਸ ਇਹੀ ਓਵਰ ਐਂਡ ਓਵਰ ਸੀਗਾ ਵੀ ਆਈ ਵਾਂਟ ਟੂ ਬੀ ਅ ਹੈਲਪਰ ਰਾਈਟ ਸੋ ਫਿਰ I went to UBC and did my bachelor's in psychology and went into the non-profit field to help people. ਮੈਂ ਤੁਹਾਡੇ ਥੋੜ੍ਹੇ ਪ੍ਰੈਜ਼ੈਂਟ ਰੋਲ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਤੁਸੀਂ ਜਿਹੜਾ ਇਹ ਦ ਸੈਂਟਰ ਫॉर ਚਾਈਲਡ ਡਿਵੈਲਪਮੈਂਟ ਹੈਗਾ ਇਹਦੇ ਵਿੱਚ ਜਿਹੜੀ ਭੂਮਿਕਾ ਨਿਭਾ ਰਹੇ ਹੋ ਕਮਿਊਨਿਟੀ ਹੈਲਥ ਐਂਡ ਚਾਈਲਡ ਕੇਅਰ ਪਾਰਟਨਰਸ਼ਿਪ ਦੇ ਵਿੱਚ ਐਜ਼ ਵਾਈਸ ਪ੍ਰੈਜ਼ੀਡੈਂਟ ਥੋੜ੍ਹਾ ਜਿਹਾ ਡਿਸਕ੍ਰਾਈਬ ਕਰੋਗੇ ਕਿ ਕੀ ਰੋਲ ਹੈ ਤੁਹਾਡਾ ਕੀ ਕਰਨਾ ਹੁੰਦਾ ਸੀ ਹਾਂਜੀ ਸੋ ਇਨ ਮਾਈ ਰੋਲ ਮੇਰੀ ਜ਼ਿੰਮੇਵਾਰੀ ਹੈ ਜਿਹੜੇ ਸਾਡੇ ਲਾਇਸੈਂਸਡ ਪ੍ਰੀ ਸਕੂਲ ਐਂਡ ਲਾਇਸੈਂਸਡ ਡੇ ਕੇਅਰ ਪ੍ਰੋਗਰਾਮ ਆ ਉਹਨਾਂ ਨੂੰ ਮੈਂ ਮੈਨੇਜ ਕਰਦੀ ਹਾਂ ਉਹਨਾਂ ਦੇ ਸਟਾਫ ਟੀਮ ਤੇ ਡੇ ਕੇਅਰ ਪ੍ਰੋਗਰਾਮ ਗਰੋ ਕਰਨੇ ਇੱਕ ਹੋਰ ਡਿਪਾਰਟਮੈਂਟ ਆ ਦ ਸਪੋਰਟਡ ਚਾਈਲਡ ਡਿਵੈਲਪਮੈਂਟ ਉਹਦੇ ਵਿੱਚ ਉਹ ਸਰਵਿਸਿਜ਼ ਆਉਂਦੇ ਆ ਜਿਹੜੇ ਬੱਚਿਆਂ ਨੇ ਲਾਇਸੈਂਸ ਪ੍ਰੋਗਰਾਮ ਲਾਇਸੈਂਸ ਚਾਕਰ ਪ੍ਰੋਗਰਾਮ ਜਾਣਾ ਪਰ ਉਹਨਾਂ ਨੂੰ ਸਪੋਰਟ ਦੀ ਲੋੜ ਆ ਬਿਕਾਜ਼ ਦੇ ਹੈਵ ਅ ਸਪੈਸ਼ਲ ਨੀਡ ਤੇ ਉਹਨਾਂ ਨੂੰ ਸਪੋਰਟ ਦੀ ਲੋੜ ਆ ਟੂ ਪਾਰਟਿਸਿਪੇਟ ਸੋ ਉਹਨਾਂ ਲਈ ਅਸੀਂ ਕੰਸਲਟੈਂਟ ਤੇ ਸਪੋਰਟ ਟੀਚਰਸ ਭੇਜਦੇ ਆ ਸੋ ਦੇ ਕੈਨ ਪਾਰਟਿਸਿਪੇਟ ਇਨ ਲਾਇਸੈਂਸ ਪ੍ਰੋਗਰਾਮ community health the area is a new area for the center ਇਹਦੇ 'ਚ ਅਸੀਂ ਉੱਦਾਂ ਦੇ ਬਿਹੇਵੀਅਰ ਐਕਸ਼ਨਸ ਐਂਡ ਪਾਲਿਸੀ ਐਕਸ਼ਨਸ ਲਿਆਉਣੇ ਚਾਹੁੰਦੇ ਆ ਜਿਹਦੇ ਨਾਲ ਸਾਰੀ ਕਮਿਊਨਿਟੀ ਦੀ ਤਰੱਕੀ ਹੋਵੇ ਸੋ ਮੋਸਟਲੀ ਆਪਣਾ ਇਨ ਨਾਨ ਪ੍ਰੋਫਿਟ ਵਰਕ ਵੀਰ ਵੈਰੀ ਇੰਟਰਵੈਂਸ਼ਨ ਬੇਸਡ ਵੈਨ ਦੇਰਸ ਅ ਪ੍ਰੋਬਲਮ ਵੀ ਕਮ ਇਨ ਵਿਦ ਅ ਸੋਲੂਸ਼ਨ ਕਮਿਊਨਿਟੀ ਹੈਲਥ ਦਾ ਫੋਕਸ ਇਹ ਹੈ ਵੀ ਅਰਲੀ ਔਨ ਅਸੀਂ ਕੀ ਕਰ ਸਕਦੇ ਹਾਂ ਵੀ ਉਹ ਪ੍ਰੋਬਲਮ ਪ੍ਰੀਵੈਂਟ ਕਰੀਏ ਜਾਂ ਅਸੀਂ ਕਮਿਊਨਿਟੀ 'ਚ ਜ਼ਿਆਦਾ ਅਵੇਅਰਨੈਸ ਲਿਆਈਏ ਜਾਂ ਕਮਿਊਨਿਟੀ ਨੂੰ ਮਜ਼ਬੂਤ ਬਣਾਈਏ ਸੋ ਇਹ ਤੇ ਤੁਹਾਡੀ ਲੇਟੈਸਟ ਜੌਬ ਹੈ ਪਹਿਲੀ ਜੌਬ ਕਿਹੜੀ ਸੀ ਯਾਦ ਹੈ let's see. First, I worked with young offenders many years ago. Although hale main university padhdi sigi, so that program was in Langley. It was youth that were 12 to 18 years old. Jede court de samne si with a bail or probation order. So for whatever reason, ਉਹਨਾਂ ਦੇ ਕੋਈ ਚਾਰਜ ਲੱਗੇ ਹੋਏ ਸੀਗੇ ਅੱਛਾ ਸੋ ਮੇਰੀ ਜੌਬ ਸੀ ਉਹਨਾਂ ਨੂੰ ਸਪੋਰਟ ਕਰਨਾ ਵੀ ਤੁਸੀਂ ਸਕੂਲ ਜਾਵੋ ਜਾਂ ਕੰਮ ਲੱਭੋ ਜਾਂ ਆਪਣੇ ਮਾਪਿਆਂ ਦੇ ਨਾਲ ਤੁਹਾਡੀ ਬਣੇ ਘਰ ਦੇ ਵਿੱਚ ਰਹੋ ਤੇ ਜੇ ਤੁਸੀਂ ਆਪਣੀ ਐਜੂਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਸ਼ੁਰੂ ਕੀਤੀ ਸੀ ਜੌਬ I was in my ਪਹਿਲਾਂ BA ਕਰਕੇ ਫਿਰ ਇਹ ਮੈਂ ਸ਼ੁਰੂ ਕੀਤਾ ਸੀ ਕੰਮ ਉਸ ਤੋਂ ਬਾਅਦ I did other education as well. I was doing part time as a receptionist at a hair salon ਜਦੋਂ ਮੈਂ ਆਪਣੀ bachelor's ਕਰਦੀ ਸੀਗੀ so different ਤਰ੍ਹਾਂ ਦੇ ਕੰਮ actually ਕੀਤੇ ਆ in my career so that job was to work with young offenders ਉਹ ਕੰਮ ਮੈਨੂੰ ਪਹਿਲਾਂ actually ਬਹੁਤ hard ਲੱਗਦਾ ਸੀ ਕਿੰਨੇ ਓਲਡ ਸੀ ਤੁਸੀਂ ਉਦੋਂ 22 23 maybe 23 ਹੁਣ ਤਾਂ ਮੈਨੂੰ ਯਾਦ ਵੀ ਨਹੀਂ ਤੁਹਾਡੇ ਆਪਣੇ ਬੱਚੇ ਨਹੀਂ ਸਨ ਉਸ ਟਾਈਮ ਆਪਣੇ ਬੱਚੇ ਨਹੀਂ ਸੀਗੇ ਤੇ ਇੱਕ ਇੱਦਾਂ ਵੀ ਆਪਣੀ ਪੰਜਾਬੀ ਲਾਈਫ ਥੋੜੀ ਜਿਹੀ ਆਪਣੀ ਸ਼ੈਲਟਰਡ ਹੁੰਦੀ ਆ ਰਾਈਟ ਜਿੰਨਾ ਘਰਾਂ ਦੇ ਵਿੱਚ ਜਾ ਕੇ ਮੈਂ ਸਪੋਰਟ ਕਰਦੀ ਸੀ ਮੈਂ ਐਕਚੁਅਲੀ ਆਪ ਖੁਦ ਕਦੇ ਦੇਖਿਆ ਨਹੀਂ ਸੀ ਉੱਦਾਂ ਦੇ ਡਾਇਨਾਮਿਕ ਰਾਈਟ ਥਿਓਰੈਟਿਕਲੀ ਤੁਸੀਂ ਸਿੱਖਦੇ ਆ ਸਕੂਲ ਬਟ ਪ੍ਰੈਕਟੀਕਲੀ ਥੈਂਕਫੁਲੀ ਆਈ ਨੈਵਰ ਸੌ ਦੋਜ਼ ਡਾਇਨਾਮਿਕਸ ਸੋ ਉਹ ਮੈਨੂੰ ਪਹਿਲਾਂ ਥੋੜ੍ਹਾ ਹਾਰਡ ਲੱਗਦਾ ਸੀ ਵੀ ਓਕੇ ਮੈਂ ਇੱਥੇ ਆ ਕੇ ਹੁਣ ਮੈਂ ਸਪੋਰਟ ਕਿੱਦਾਂ ਕਰਾਂ ਮੈਂ ਕੀ ਦੱਸਾਂ ਰਾਈਟ ਸੋ ਉਹ ਕੰਮ ਤੋਂ ਮੈਂ ਇਹ ਸਿੱਖਿਆ ਵੀ ਜਿਹੜਾ ਤੁਹਾਡਾ ਰਿਲੇਸ਼ਨਸ਼ਿਪ ਹੈਗਾ ਆ ਤੁਹਾਡੇ ਕਲਾਇੰਟ ਦੇ ਨਾਲ ਅਤੇ ਤੁਹਾਡੇ ਰਿਲੇਸ਼ਨਸ਼ਿਪ ਬਿਲਡਿੰਗ ਸਕਿੱਲਸ ਇਹ ਸਭ ਤੋਂ ਜ਼ਰੂਰੀ ਚੀਜ਼ ਆ ਉਹ ਤੋਂ ਬਾਅਦ I went on and did my counseling degree but that job taught me the foundation ਵੀ ਜਿਹੜਾ ਕੁਛ ਮਰਜ਼ੀ ਹੈਗਾ ਆ ਪਹਿਲਾਂ ਤੁਸੀਂ ਰਿਲੇਸ਼ਨਸ਼ਿਪ ਡਿਵੈਲਪ ਕਰੋ ਇੱਕ ਦੂਜੇ ਨਾਲ ਟਰਸਟ ਬਣਾਓ ਰਾਈਟ ਤੇ have your clients trust you and then work be where the client is at ਉਹਨਾਂ ਦੀ ਉੱਥੋਂ ਤੁਸੀਂ ਆਪਦੀ ਹੈਲਪ ਸ਼ੁਰੂ ਕਰੋ and then progress from there ਵੈਰੀ ਇੰਟਰਸਟਿੰਗ ਸੋ ਦਲਜੀਤ ਨੇ ਕੁਝ ਸਮਾਂ ਕਹਿੰਦੇ ਮੈਂ ਇੱਕ ਹੇਅਰ ਸਲੂਨ 'ਤੇ ਰਿਸੈਪਸ਼ਨਿਸਟ ਦਾ ਵੀ ਕੰਮ ਕੀਤਾ ਹੈ ਬਹੁਤ ਸਾਰੀਆਂ ਜੌਬਸ ਇੱਥੇ ਈਜ਼ੀ ਨੇ ਲੋਕ ਬਦਲ ਲੈਂਦੇ ਹੈਗੇ ਆ ਪਰ ਫਿਰ ਵੀ ਸਾਡੇ ਮਨ ਦੇ ਵਿੱਚ ਇੱਕ ਚੀਜ਼ ਤਾਂ ਜ਼ਰੂਰ ਹੁੰਦੀ ਹੈ ਕਿ ਲਾਈਫ ਦੇ ਵਿੱਚ ਸਾਡਾ ਕੋਈ ਨਾ ਕੋਈ ਪਰਪਸ ਜ਼ਰੂਰ ਹੁੰਦਾ ਜਿਹੜਾ ਜਦੋਂ ਵੀ ਸਾਨੂੰ ਸਮਾਂ ਲੱਗਦਾ ਹੈ ਅਸੀਂ ਜ਼ਰੂਰ ਉਸ ਪਰਪਸ ਨੂੰ ਪੂਰਾ ਕਰ ਲੈਂਦੇ ਹਾਂ ਦਲਜੀਤ ਕਦੇ ਮਨ ਦੇ ਵਿੱਚ ਇਹ ਚੀਜ਼ ਹੋਵੇ ਕਿ ਵੀ ਹਾਂ ਮੇਰੀ ਲਾਈਫ ਦਾ ਇਹ ਪਰਪਸ ਆ ਮੈਂ ਇਹ ਚੀਜ਼ ਕਰਨਾ ਚਾਹੁੰਦੀ ਹਾਂ ਐਂਡ ਤੁਸੀਂ ਦੂਸਰਿਆਂ ਨਾਲ ਸ਼ੇਅਰ ਕਰਦੇ ਹੋ ਡੂ ਯੂ ਮਾਈਂਡ ਸ਼ੇਅਰਿੰਗ ਇਟ No, I don't mind sharing. I think ਮੇਰਾ ਲਾਈਫ ਦਾ ਪਰਪਸ ਹੈ ਹੀ ਇਹ to be a helper. How can I make my community better? And ਜਿਹੜੇ ਵੀ ਮੈਂ ਆਪਣੇ ਡਿਸੀਜਨ ਲਿਆ about my career, job change ਕੀਤੇ ਆ ਜਾਂ ਕੰਪਨੀ ਚੇਂਜ ਕੀਤੀ ਆ ਇਹੀ ਮੇਰਾ always focus ਹੁੰਦਾ ਵੀ ਮੈਂ ਕਿਹੜੇ ਥਾਂ effective ਹੋਵਾਂ to be a change maker ਤੇ ਕਿਹੜੀ organization ਵਿੱਚ I can contribute most. So ਪਹਿਲਾਂ ਤਾਂ ਮੈਂ non-profit ਵਿੱਚ ਸ਼ੁਰੂ ਕੀਤਾ ਸੀ I think 10 ਸਾਲ ਤੋਂ ਜ਼ਿਆਦਾ ਹੀ ਮੈਂ ਪਹਿਲਾਂ non-profit 'ਚ ਕੰਮ ਕਰਦੀ ਰਹੀ ਹਾਂ ਫਿਰ ਮੈਂ ਦੇਖਿਆ ਵੀ non-profit world ਦੇ ਵਿੱਚ ਵੀ ਕਾਫੀ ਲਿਮਿਟੇਸ਼ਨਸ ਹੈਗੇ ਆ ਫੰਡਿੰਗ ਲਿਮਿਟੇਸ਼ਨਸ the biggest piece ਤੇ ਫਿਰ ਮੈਂ ਸੋਚਿਆ ਵੀ ਐਕਚੁਅਲੀ ਹੁਣ ਮੈਂ ਦੇਖਣਾ ਚਾਹੁੰਦੀ ਹਾਂ ਵੀ ਗਵਰਨਮੈਂਟ ਵਿੱਚ
ਕੀ ਕਰਦੇ ਆ ਜਿਹਦੇ ਨਾਲ ਚੇਂਜ ਲਿਆ ਸਕਦੇ ਆ ਅੱਛਾ। ਸੋ ਫਿਰ ਮੈਂ ਡਿਲਿਬਰੇਟਲੀ ਨਾਨ ਪ੍ਰੋਫਿਟ ਸੈਕਟਰ ਛੱਡ ਕੇ ਗਵਰਨਮੈਂਟ ਵੱਲ ਚਲੀ ਗਈ ਫਿਰ ਮੈਂ 10 ਸਾਲ ਲੋਕਲ ਗਵਰਨਮੈਂਟ 'ਚ ਕੰਮ ਕੀਤਾ ਦੇਖਣ ਨੂੰ ਵੀ ਉਹਨਾਂ ਦੀ ਕੈਪੈਸਿਟੀ ਕੀ ਆ ਰਾਈਟ ਹਾਊ ਕੈਨ ਯੂ ਬ੍ਰਿੰਗ ਚੇਂਜ ਦੇਅਰ ਕਿਉਂਕਿ ਪਾਲਿਸੀਜ਼ come from government and I wanted to learn more about that so it was a scary move ਜੋ ਤੁਸੀਂ ਆਪਣਾ ਕੰਮ ਛੱਡਦੇ ਆ ਤੁਹਾਡੇ ਕੰਮ ਦੇ ਵਿੱਚ ਵੀ ਦੋਸਤ ਹੁੰਦੇ ਤੁਹਾਨੂੰ ਆਪ ਨੂੰ ਪਤਾ when you make change environment it's not an easy move but I'm glad I did that I think it gives you confidence and ਜਿਹੜੀ skills ਤੁਸੀਂ ਸਿੱਖਦੇ ਆ by going to different organizations ਉਹ ਤੁਸੀਂ ਇੱਕ ਥਾਂ ਰਹਿ ਕੇ ਨਹੀਂ ਸਿੱਖ ਸਕਦੇ ਕਿਉਂਕਿ ਤੁਹਾਡਾ perspective widen ਹੋ ਜਾਂਦਾ ਤੁਹਾਡੀ world view change ਹੋ ਜਾਂਦੀ ਆ ਤੁਹਾਡੇ ਤਰ੍ਹਾਂ ਦਾ ਲੋਕਾਂ ਨਾਲ ਵਾਹ ਪੈਂਦਾ ਆ and through that you grow and when you grow then you offer different solutions to problems ਬਿਲਕੁਲ so ਹੁਣ ਮੈਂ ਕਹਿੰਦੀ ਨਹੀਂ you become more multi-dimensional right so ਫਿਰ ਮੈਂ 10 ਸਾਲ ਗਵਰਨਮੈਂਟ 'ਚ ਵੀ ਕੰਮ ਕੀਤਾ ਤੇ ਲਾਸਟ ਈਅਰ ਜਦੋਂ ਪੈਂਡੈਮਿਕ ਸ਼ੁਰੂ ਹੋਇਆ ਉਦੋਂ right away you know my calling for being a helper came back right away I was like people are going to suffer I want to help right so ਫਿਰ ਇਹਦੇ ਕਰਕੇ ਫਿਰ ਮੈਂ ਆਪਣਾ decision ਲੈ ਲਿਆ ਵੀ okay it's time to go back to the non-profit sector ਵੀ ਜੇ ਮੈਂ community ਜਾਂ ਕੋਈ ਵੀ organization ਨੂੰ help ਕਰਨਾ to rebuild why not take my skills from government back to the community back to non-profit and help this sector rebuild because we know ਵੀ ਜਿਹੜਾ ਆਪਣੇ ਆਹ social justice ਦਾ ਕੰਮ ਆ ਜਿਹੜਾ deep community work it comes from this sector ਤੇ ਇਹ ਸੈਕਟਰਸ ਕੈਪੈਸਿਟੀ ਕਈ ਵਾਰੀ ਬਹੁਤ ਥੋੜ੍ਹੀ ਹੁੰਦੀ ਆ ਰਾਈਟ ਸੋ ਫਿਰ ਮੈਂ ਡਿਸਾਈਡ ਕਰ ਲਿਆ ਸੀ ਟੂ ਲੀਵ ਐਂਡ ਗੋ ਬੈਕ ਟੂ ਦ ਨਾਨ ਪ੍ਰੋਫਿਟ ਸੈਕਟਰ ਐਂਡ ਹੈਲਪ ਰੀਬਿਲਡ ਆਵਰ ਕਮਿਊਨਿਟੀ ਦਿਲਜੀਤ ਤੁਸੀਂ ਪਿਛਲੇ ਹਿੱਸੇ ਦੇ ਵਿੱਚ ਇਹ ਤਾਂ ਜ਼ਰੂਰ ਤੁਸੀਂ ਮੈਂਸ਼ਨ ਕੀਤਾ ਕਿ ਵੀ ਹਾਂ ਤੁਸੀਂ ਜੌਬਸ ਜਿਹੜੀਆਂ ਆਪਣੀਆਂ ਸਵਿਚ ਕਰਦੇ ਰਹੇ ਜਦੋਂ ਤੁਸੀਂ ਇਹ ਗੱਲ ਮਹਿਸੂਸ ਕੀਤੀ ਕਿ ਇਹ ਬੈਟਰਮੈਂਟ ਦੇ ਲਈ ਹੈ ਜਾਂ ਤੁਸੀਂ ਆਪਣੇ ਜਿਹੜੇ ਸਕਿੱਲ ਹੈ ਉੱਥੇ ਕਿਸੇ ਨਵੀਂ ਥਾਂ ਦੇ ਉੱਤੇ ਬਿਹਤਰ ਯੂਜ਼ ਕਰ ਸਕਦੇ ਹੋ ਪਰ ਇਹਦੇ ਨਾਲ ਕੀ ਜਿਹੜਾ ਤੁਹਾਡਾ ਪੜ੍ਹਾਈ ਦਾ ਸਿਲਸਿਲਾ ਉਹ ਵੀ ਜਾਰੀ ਰਿਹਾ ਹਾਂਜੀ ਇਸ ਵੇਲੇ ਮੈਂ ਆਪਣੀ ਡਾਕਟਰੇਟ ਪ੍ਰੋਗਰਾਮ ਕਰ ਰਹੀ ਹਾਂ ਐਟ UBC ਅੱਛਾ ਸੋ ਰੀਅਲੀ ਮੈਨੂੰ ਕੋਈ ਡਾਕਟਰੇਟ ਪ੍ਰੋਗਰਾਮ ਕਰਨ ਦੀ ਲੋੜ ਨਹੀਂ ਫਰਮ ਅ ਵਰਕ ਪਰਸਪੈਕਟਿਵ ਬਿਕਾਜ਼ ਇਹਦਾ ਮੈਨੂੰ ਕੋਈ ਇੱਦਾਂ ਪ੍ਰੋਫੈਸ਼ਨਲੀ ਕੋਈ ਜ਼ਿਆਦਾ ਫਾਇਦਾ ਨਹੀਂ ਬਿਕਾਜ਼ ਆਈ ਡੋਂਟ ਵਾਂਟ ਟੂ ਟੀਚ ਐਟ ਦ ਯੂਨੀਵਰਸਿਟੀ ਜਾਂ ਇੱਦਾਂ ਦਾ ਪੜ੍ਹਾਈ ਮੈਂ ਕੰਮ ਦੇ ਨਾਲ ਮੈਂ ਪੜ੍ਹਾਈ ਕਰਦੀ ਰਹੀ ਹਾਂ ਹੁਣ 20 ਸਾਲ ਹੋ ਗਏ ਔਨ ਐਂਡ ਆਫ ਮੈਂ ਯੂਨੀਵਰਸਿਟੀ UBC ਛੱਡੀ ਨਹੀਂ ਗਈ ਇਹਦਾ ਇਹ ਆ ਵੀ ਆਈ ਥਿੰਕ ਇੱਕ ਤਾਂ ਇਹਦਾ ਮੇਰਾ ਆਪਦਾ ਪਰਪਸ ਆ ਟੂ ਕੰਟੀਨਿਊ ਟੂ ਐਜੂਕੇਟ ਮਾਈ ਸੈਲਫ ਮੈਨੂੰ ਸਿੱਖਣ ਦਾ ਬਹੁਤ ਸ਼ੌਂਕ ਆ ਪੜ੍ਹਨ ਦਾ ਸ਼ੌਂਕ ਹੈ ਆਈ ਰੀਡ ਐਵਰੀ ਸਿੰਗਲ ਡੇ ਰਾਈਟ ਕੋਈ ਨਾ ਕੋਈ ਨਵਾਂ ਰਿਸਰਚ ਫੈਕਟ ਕੁਛ ਨਾ ਕੁਛ ਸਿੱਖਦੀ ਰਹਿੰਦੀ ਆ ਇਹਦੇ ਨਾਲ ਆਈ ਥਿੰਕ ਜਿਹੜਾ ਤੁਹਾਡਾ ਡੇ ਟੂ ਡੇ ਕੰਮ ਦੇ ਚੈਲੰਜਸ ਹੁੰਦੇ ਆ ਕਈ ਵਾਰੀ ਪਰਸਨਲ ਚੈਲੰਜਸ ਹੁੰਦੇ ਆ ਤੁਹਾਨੂੰ ਇੱਕ ਹੋਰ ਪਰਸਪੈਕਟਿਵ ਮਿਲ ਜਾਂਦਾ ਐਂਡ ਤੁਹਾਡੀ ਥਿੰਕਿੰਗ ਡੀਪਰ ਹੋ ਜਾਂਦੀ ਆ ਐਂਡ ਕ੍ਰਿਟੀਕਲ ਥਿੰਕਿੰਗ ਦੀ ਸਕਿੱਲ ਵੱਧ ਜਾਂਦੀ ਆ ਵੀ ਤੁਸੀਂ ਇੱਕ ਚੀਜ਼ ਨੂੰ ਕੁਐਸਚਨ ਕਿੱਦਾਂ ਕਰਨਾ ਵੀ ਇਹਦਾ ਮਤਲਬ ਕੀ ਆ ਅਤੇ ਹਾਊ ਕੈਨ ਆਈ ਬੀ ਮੋਰ ਇਫੈਕਟਿਵ ਜਾਂ ਹਾਊ ਕੈਨ ਆਈ ਡੂ ਦਿਸ ਡਿਫਰੈਂਟਲੀ ਹਾਊ ਕੈਨ ਵੀ ਐਜ਼ ਅ ਕਮਿਊਨਿਟੀ ਡੂ ਦਿਸ ਡਿਫਰੈਂਟਲੀ ਸੋ ਇਹਦੇ ਕਰਕੇ ਮੈਂ ਨਾਲ ਦੀ ਨਾਲ ਆਪਣੀ ਪੜ੍ਹਾਈ ਵੀ ਕਰੀ ਜਾਂਦੀ ਹਾਂ ਕਈ ਵਾਰੀ ਬਹੁਤ ਸਾਜੇ ਉੱਠ ਕੇ ਪੜ੍ਹਨਾ ਪੈਂਦਾ ਬਿਕਾਜ਼ ਡੇ ਬਹੁਤ ਬਿਜ਼ੀ ਹੁੰਦਾ ਫੈਮਿਲੀ ਦੇ ਨਾਲ ਬੱਚਿਆਂ ਦੇ ਨਾਲ ਕੰਮ ਦੇ ਨਾਲ ਪਰ ਇਹ ਮੇਰੀ ਇੰਟਰਨਲ ਹੈਗੀ ਆ ਡਿਜ਼ਾਇਰ ਡਰਾਈਵ ਵੀ ਆਈ ਵਾਂਟ ਟੂ ਗੈਟ ਟੂ ਆਪਣੀ PhD ਫਿਨਿਸ਼ ਕਰਨੀ ਆ ਬਿਕਾਜ਼ ਇਸ ਤੋਂ ਬਾਅਦ ਕੋਈ ਹੋਰ ਹਾਇਰ ਐਜੂਕੇਸ਼ਨ ਹੋ ਨਹੀਂ ਸਕਦੀ ਇਹ ਹਾਈਐਸਟ ਐਜੂਕੇਸ਼ਨ ਆ ਸੋ ਆਈ ਥਿੰਕ ਫॉर मी ਇਟਸ ਪਰਸਨਲ ਡਿਜ਼ਾਇਰ ਦੂਜੀ ਗੱਲ ਹੈ ਜਦੋਂ ਤੁਹਾਡੇ ਕੋਲ ਕਪੈਸਿਟੀ ਹੁੰਦੀ ਹੈ ਇੰਟੈਲੈਕਚੁਅਲੀ ਤੁਹਾਨੂੰ ਪੜ੍ਹਾਈ ਕਰਨੀ ਚਾਹੀਦੀ ਹੈ ਜੇ ਤੁਹਾਡੇ ਕੋਲ ਫੈਮਿਲੀ ਸਪੋਰਟ ਆ ਫਿਰ ਤੁਹਾਨੂੰ ਕਰਨੀ ਚਾਹੀਦੀ ਹੈ ਐਜੂਕੇਸ਼ਨ ਬਿਕਾਜ਼ ਨਾਟ ਆਲ ਵੂਮਨ ਹੈਵ ਦੈਟ ਓਪਰਚੁਨਿਟੀ ਆਈ ਐਮ ਲੱਕੀ ਆਈ ਐਮ ਪ੍ਰਿਵਿਲੇਜਡ ਆਈ ਹੈਵ ਦੈਟ ਓਪਰਚੁਨਿਟੀ ਮੇਰੇ ਕੋਲ ਫੈਮਿਲੀ ਵਿੱਚੋਂ ਵੀ ਸਪੋਰਟ ਆ ਟੂ ਪਰਸੂ ਮਾਈ ਡਰੀਮਸ intellectually I have the capacity right so ਜਦੋਂ ਤੁਹਾਡੇ ਕੋਲ ਇਹ ਚੀਜ਼ਾਂ ਤੁਹਾਡੇ ਸਾਹਮਣੇ ਹੁੰਦੀਆਂ then I think ਤੁਹਾਡੀ ਜ਼ਿੰਮੇਵਾਰੀ ਆ ਉਹਨਾਂ 'ਤੇ ਐਕਟ ਕਰਨਾ so that's why I keep doing all my education ਤੁਸੀਂ ਵੈਸੇ ਇਹ ਗੱਲ ਕਹਿ ਹੀ ਦਿੱਤੀ ਹੈ ਕਿ ਤੁਸੀਂ ਪਰਸਨਲੀ ਇਹ ਚੀਜ਼ ਫੀਲ ਕਰਦੇ ਹੋ ਕਿ ਵੀ ਮੈਨੂੰ ਬੈਨੀਫਿਟ ਹੁੰਦਾ ਮੈਨੂੰ ਇੱਕ ਵੱਖਰਾ ਪਰਸਪੈਕਟਿਵ ਮਿਲ ਜਾਂਦਾ ਜਿੱਥੇ ਪਰਸਪੈਕਟਿਵ ਦੀ ਗੱਲ ਹੈ ਬਹੁਤ ਵਾਰੀ ਦਿਲਜੀਤ ਕੀ ਹੁੰਦਾ ਕਿ ਔਰਤਾਂ ਸਾਡੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਜਿਹੜਾ ਪੜ੍ਹਾਈ ਵਾਲਾ ਸਿਲਸਿਲਾ ਹੁੰਦਾ ਉਹ ਕਹਿੰਦੇ ਵਿਆਹ ਤੋਂ ਬਾਅਦ ਰੁਕ ਹੀ ਜਾਂਦਾ ਫਿਰ ਕਹਿਣਾ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਹੋ ਗਈਆਂ ਫਿਰ ਬੱਚੇ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਤਾਂ ਹੋਰ ਵੀ ਵੱਡੇ ਜਿਹੜੇ ਚੈਲੰਜ ਆਉਣੇ ਸ਼ੁਰੂ ਹੋ ਜਾਂਦੇ ਆ ਮੈਨੂੰ ਇਹ ਦੱਸੋ ਕਿ ਵੀ ਤੁਸੀਂ ਕਮਿਊਨਿਟੀ 'ਚ ਵਿਚਰਦਿਆਂ ਨੂੰ ਇੰਨੇ ਸਾਲ ਹੋ ਗਏ ਆ ਕਦੇ ਤੁਸੀਂ ਵੀ ਇਹ ਚੀਜ਼ ਨੂੰ ਓਬਜ਼ਰਵ ਕੀਤਾ ਜਾਂ ਤੁਸੀਂ ਐਕਸਪੀਰੀਅੰਸ ਕੀਤਾ ਕਿ ਔਰਤਾਂ ਨੂੰ ਕਿਹੋ ਜਿਹੇ ਚੈਲੰਜਸ ਆ ਜਾਂਦੇ ਆ ਜਿਹੜੇ ਅਕਸਰ ਉਹਨਾਂ ਦੀ ਪੜ੍ਹਾਈ ਦੇ ਵਿੱਚ ਰੁਕਾਵਟ ਬਣਦੇ ਆ
ਆਈ ਥਿੰਕ ਜਿਹੜੀਆਂ ਫੈਕਟਰਸ ਤੁਸੀਂ ਹੁਣੇ ਮੈਂਸ਼ਨ ਕੀਤੇ ਆ ਇਹ ਸਾਰੇ ਆਪਣੇ ਸਾਹਮਣੇ ਆ ਜਾਂਦੇ ਆ ਬੱਚਿਆਂ ਕਰਕੇ ਨਹੀਂ ਤੁਸੀਂ ਜਾ ਸਕਦੇ ਹਸਬੈਂਡ ਕਰਕੇ ਇਨ-ਲॉज ਕਰਕੇ ਮਾਂ ਪਿਓ ਕਰਕੇ ਥੋੜੀ ਜ਼ਿੰਮੇਵਾਰੀ ਇੰਨੀਆਂ ਜ਼ਿਆਦਾ ਹੁੰਦੀਆਂ ਰਾਈਟ ਕੰਮ ਕਰਕੇ ਕੰਮ ਦੀ ਜਿਹੜੀ ਫਲੈਕਸੀਬਿਲਿਟੀ ਨਹੀਂ ਹੁੰਦੀ ਇਨ ਸਮ ਜੌਬਸ ਰਾਈਟ ਸੋ ਐਂਡ ਦੈਨ ਇੰਟਰਨਲੀ ਵੀ ਹੁੰਦਾ ਵੀ ਓਕੇ ਮੇਰੇ ਤੋਂ ਨਹੀਂ ਹੋਣਾ ਜਾਂ ਮੈਂ ਕਿੱਦਾਂ ਕਰੂੰ ਇਹ ਤੁਹਾਡੀ ਨੈਗੇਟਿਵ ਸੈਲਫ ਟਾਕ ਵੀ ਬੈਰੀਅਰ ਬਣ ਜਾਂਦੀ ਆ ਰਾਈਟ ਸੋ ਆਈ ਥਿੰਕ ਜਦੋਂ ਤੁਸੀਂ ਆਪਣਾ ਪਰਪਸ ਟੈਪ ਇਨ ਕਰਦੇ ਆ ਰਾਈਟ ਐਜ਼ ਅ ਕਾਉਂਸਲਰ that's what we talk about with clients ਵੀ ਤੁਹਾਡਾ ਪਰਪਸ ਕੀ ਆ ਤੁਸੀਂ ਆਪਣਾ ਸਾਰਾ ਦਿਨ ਇੱਕ ਕੰਮ ਕਰਦੇ ਆ ਪਰ ਤੁਹਾਡੀ ਰੂਹ ਕੀ ਚਾਹੁੰਦੀ ਆ ਜੋ ਤੁਸੀਂ ਉਹਨੂੰ ਟੈਪ ਇਨ ਕਰਦੇ ਆ ਦੈਨ ਆਈ ਥਿੰਕ ਤੁਹਾਡੀ ਅੰਦਰੋਂ ਕਪੈਸਿਟੀ ਕੌਨਫੀਡੈਂਸ ਵੱਧ ਜਾਂਦੀ ਵੀ ਓਕੇ ਨੋ ਇਹ ਮੈਂ ਕੰਮ ਕਰਨਾ ਤੇ ਬੈਰੀਅਰ ਬ੍ਰੇਕ ਕਰਨੇ ਲਿਮਿਟ ਤੋਂ ਹੱਦ ਤੋਂ ਵੱਧ ਵਧਣਾ from work or education or family life, it's very hard for women. ਆਪਾਂ ਨੂੰ ਜੇ ਆਪਾਂ ਉਹਨਾਂ ਚੀਜ਼ਾਂ ਤਰੱਕੀਆਂ ਕਰਨੀਆਂ in work or education ਪਰ ਫਿਰ ਵੀ ਘਰ ਨੂੰ ਵੀ ਤੁਸੀਂ ਆਪਣੇ ਮੈਨੇਜ ਕਰਨਾ ਆਪਣੀ ਬੱਚਿਆਂ ਨੂੰ ਵੀ ਪਾਲਣਾ ਇੰਨੇ ਤਰ੍ਹਾਂ ਤੁਸੀਂ ਇਨਵੋਲਵ ਰਹਿਣਾ ਪੈਂਦਾ ਸੋ ਆਈ ਥਿੰਕ ਇਟਸ tiring, it's exhausting, it takes a lot of effort ਪਰ ਤੁਸੀਂ ਇਕੱਲੇ ਵੀ ਨਹੀਂ ਇਹ ਕੰਮ ਕਰ ਸਕਦੇ ਤੁਹਾਨੂੰ ਆਪਣੀ ਫੈਮਿਲੀ ਦੀ ਵੀ ਲੋੜ ਪੈਂਦੀ ਆ ਟੂ ਹੈਵ ਸਮ ਸਪੋਰਟ ਟੂ ਮੇਕ ਦੈਟ ਹੈਪਨ ਤਾਂ ਹੀ ਫਿਰ ਮੈਂ ਆਪਣੇ ਆਪ ਨੂੰ ਇਹ ਸਮਝਦੀ ਵੀ ਇਫ ਆਈਮ ਪ੍ਰਿਵਿਲੇਜਡ ਆਈ ਹੈਵ ਦ ਕਪੈਸਿਟੀ ਆਈ ਹੈਵ ਸਪੋਰਟ ਮੈਂ ਕਿਉਂ ਨਾ ਕਰਾਂ ਰਾਈਟ ਜੇ ਮੈਂ ਨਾ ਕਰਾਂ ਫਿਰ ਕੌਣ ਕਰੂ ਰਾਈਟ ਤੇ ਜੇ ਮੈਂ ਕਰੂੰ ਹੋਰ ਵੀ ਕੋਈ ਕਰੂ ਰਾਈਟ ਸੋ ਦੈਟਸ ਮਾਈ ਥਿੰਕਿੰਗ ਬਿਹਾਈਂਡ education and I think as a woman you should pursue your dreams. Is it education, is it work, is it raising your family, is it being in nature, ਜਿਹੜੀ ਵੀ ਚੀਜ਼ that speaks to your spirit ਤੁਸੀਂ ਉਹ ਕੰਮ ਕਰੋ ਆਪਣਾ right ਆ to experience those things that speak to our soul but in our community we don't have that kind of permission easily ਆਪਾਂ ਨੂੰ ਕੋਈ ਕਹਿੰਦਾ ਨਹੀਂ ਓਕੇ ਬੱਚੀ ਤੁਸੀਂ ਇੱਦਾਂ ਕਰੋ ਆਪਣੇ ਡ੍ਰੀਮਸ ਪਰਸੂ ਕਰੋ ਆਈ ਥਿੰਕ ਆਪਾਂ ਕਹਿੰਦੇ ਆ ਕੰਮ ਤੱਕ ਪਰਸੂ ਕਰੋ ਜਾਂ ਫੈਮਿਲੀ ਨੂੰ ਮੈਨੇਜ ਕਰਨ ਤੱਕ ਪਰਸੂ ਕਰੋ ਪਰ ਆਊਟਸਾਈਡ ਆਫ ਦੈਟ ਜੇ ਆਪਾਂ ਕਹਿੰਦੇ ਆ ਵੀ I need time to reflect. I need time for myself. I need time to write. I need time to read. Those things are not really as sanctioned in our community. ਉਹ ਕਦੇ ਮਿਲਣਾ ਕੀ ਇਹਦੇ ਵਿੱਚੋਂ Yeah, that's right. Yeah. ਇਹਦੇ ਵਿੱਚੋਂ ਮਿਲਣਾ ਕੀ ਹੈ ਜਦ ਕੋਈ ਮਟੀਰੀਅਲ ਚੀਜ਼ ਨਹੀਂ ਨਾ ਆਉਂਦੀ ਦੱਸਦੀ ਇਹ ਚੀਜ਼ ਹੈਗੀ ਆ ਤੁਸੀਂ ਬਹੁਤ ਸਹਿਜ ਜੇ ਇਹ ਗੱਲ ਕਹਿ ਦਿੱਤੀ ਕਿ ਵਿਮਨ ਸ਼ੁੱਡ ਪਰਸੂ ਦੇਅਰ ਡ੍ਰੀਮਸ ਜੋ ਕਰਨਾ ਚਾਹੁੰਦੀਆਂ ਉਹਨਾਂ ਨੂੰ ਕਰਨਾ ਚਾਹੀਦਾ ਹੈਗਾ ਇਹ ਜਿੰਨਾ ਕਹਿਣਾ ਸੌਖਾ ਹੈ ਉਹਨਾਂ ਕਰਨਾ ਓਨਾ ਸੌਖਾ ਨਹੀਂ ਹੈਗਾ ਤੁਸੀਂ 2-3 ਵਾਰੀ ਇਹ ਵੀ ਗੱਲ ਕੀਤੀ ਹੈ ਕਿ ਮੈਂ ਪ੍ਰਿਵਿਲੇਜਡ ਹਾਂ ਮੈਨੂੰ ਸਪੋਰਟ ਹੈਗੀ ਆ ਬਹੁਤੀ ਵਾਰੀ ਦਿਲਜੀਤ ਕੀ ਹੁੰਦਾ ਕਿ ਔਰਤਾਂ ਕਹਿੰਦੀਆਂ ਕਿ ਘਰ ਠੀਕ ਚੱਲਣੇ ਚਾਹੀਦੇ ਆ ਸ਼ਾਂਤੀ ਰਹਿਣੀ ਚਾਹੀਦੀ ਆ ਜਿਹੜੀ ਸਾਡੀ ਇੱਛਾ ਆ ਉਹ ਤੁਸੀਂ ਪਿੱਛੇ ਰੱਖ ਲਓ ਜਿੱਦਾਂ ਪਰਿਵਾਰ ਖੁਸ਼ ਆ ਜਾਂ ਇਨ-ਲॉज ਖੁਸ਼ ਹੈਗੇ ਆ ਬੱਚੇ ਠੀਕ ਠਾਕ ਪਲ ਰਹੇ ਹੈਗੇ ਆ ਉਹ ਸਾਰਾ ਕੁਝ ਅੱਗੇ ਰੱਖ ਦਿੰਦੀ ਆ ਆਪਣਾ ਆਪ ਉਹ ਪਿੱਛੇ ਰੱਖ ਦਿੰਦੀ ਆ ਉਹ ਪਿੱਛੇ ਡਿੱਗਦਾ ਕਿੱਥੇ ਕਿਰ ਜਾਂਦਾ ਗਾਇਬ ਹੋ ਜਾਂਦਾ ਉਹਦਾ ਪਤਾ ਹੀ ਨਹੀਂ ਲੱਗਦਾ ਅਕਸਰ ਇਹ ਚੀਜ਼ ਬਹੁਤੀਆਂ ਔਰਤਾਂ ਦੀ ਕਹਾਣੀ ਹੈਗੀ ਆ ਪਰ ਹੁਣ ਤੁਸੀਂ ਆਪ ਹੀ ਕਿਹਾ ਕਿ ਮੈਂ ਤਾਂ ਪ੍ਰਿਵਿਲੇਜਡ ਹੈਗੀ ਆ ਮੈਨੂੰ ਲੱਗਦਾ ਕਿ ਵੀ ਮੈਨੂੰ ਉਸ ਚੀਜ਼ ਦਾ ਫਾਇਦਾ ਚੁੱਕਣਾ ਚਾਹੀਦਾ ਪ੍ਰੋਬਲਮ ਤਾਂ ਉਹਨਾਂ ਦੀ ਆ ਜਿਹੜੀਆਂ ਔਰਤਾਂ ਇਹ ਪ੍ਰਿਵਿਲੇਜ ਮਹਿਸੂਸ ਨਹੀਂ ਕਰਦੀਆਂ ਜਿਨ੍ਹਾਂ ਦੇ ਕੋਲ ਇਹ ਚੀਜ਼ ਨਹੀਂ ਹੈਗੀ ਇਹ ਜਿੰਨਾ ਕਹਿਣਾ ਸੌਖਾ ਉਹਨਾਂ ਕਰਨਾ ਔਖਾ what do you have to say about this? I agree with you Navjot but I think there's two things ਆਪਣੇ environment ਦੇ ਵਿੱਚ constraints limits ਵੀ ਹੁੰਦੇ ਆ that's external ਆਪਣੇ ਅੰਦਰ ਵੀ limits ਹੁੰਦੇ ਆ true right so ਪਹਿਲਾਂ ਤੁਸੀਂ ਆਪਣੇ ਅੰਦਰਲੇ ਲਿਮਿਟਸ ਮੈਨੇਜ ਕਰੋ ਆਪਣੇ ਐਕਸਪੈਕਟੇਸ਼ਨਸ ਆਪਣੇ ਆਪ ਨੂੰ ਸਮਝੋ that's why I'm so focused on helping women because ਇਹ through dialogue through conversation you can support someone to say do I have support here or not right and find that internal capacity ਜਦੋਂ ਤੁਸੀਂ ਆਪਣੇ ਅੰਦਰੋਂ ਬਦਲਣ ਲੱਗ ਜਾਂਦੇ ਆ ਤੁਸੀਂ ਆਪਣੀ ਅੰਦਰਲੀ ਕਪੈਸਿਟੀ ਵਧਾ ਲੈਂਦੇ ਆ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਆ ਫਿਰ ਨੈਚੁਰਲੀ ਜਿਹੜਾ ਤੁਹਾਡੇ ਬਾਹਰਲੇ ਰਿਸ਼ਤੇ ਆ ਉਹ ਚੇਂਜ ਹੋਣ ਲੱਗ ਜਾਂਦੇ ਆ some good, some bad, some difficult, some tension time. ਸਾਰਾ ਕੁਛ ਹੁੰਦਾ, right? ਜਦੋਂ ਮੈਂ ਕਹਿੰਦੀ ਵੀ I'm privileged, I'm not saying be it's an easy path. It's an unbelievably difficult task to do all these things, right? ਫਿਰ ਵੀ ਸਵੇਰੋਂ ਉੱਠ ਕੇ ਜਿੱਦਾਂ ਆਪਾਂ ਕਹਿੰਦੇ ਬੱਚਿਆਂ ਨੇ ਵੀ ਆਪਣੇ roll up your sleeves, you do your work, right? ਜੀ ਇਹ ਕਰਨਾ ਪੈਂਦਾ as women, right? So it's finding support then. ਜੇ ਤੁਹਾਨੂੰ ਆਪਣੇ ਇੱਕ ਸਰਕਲ 'ਚੋਂ ਨਹੀਂ ਸਪੋਰਟ ਹੈਗਾ ਹੋਰ ਕੋਈ ਸਰਕਲ ਲੱਭ ਲਓ ਰਾਈਟ ਹੋਰ ਕੋਈ ਨੈਟਵਰਕ ਲੱਭ ਲਓ ਸਪੋਰਟ ਆਪਣੀ ਕਮਿਊਨਿਟੀ 'ਚ ਇਨ ਵੈਦਰ ਇਟਸ ਸਾਊਥ ਏਸ਼ੀਅਨ ਕਮਿਊਨਿਟੀ ਜਾਂ ਮੇਨ ਸਟ੍ਰੀਮ ਕਮਿਊਨਿਟੀ 'ਚ all women face barriers and struggles ਕੋਈ ਨਹੀਂ ਹੈਗਾ ਤੁਸੀਂ
ਜਿਹੜੇ ਵੀ ਮਰਜ਼ੀ ਕੰਮ ਤੋਂ ਕੰਮ ਕਰਦੇ from the highest CEO to frontline work, all women have barriers, and we are women of color. We have additional barriers, right? So ਇਹ ਸਾਰਾ ਕੁਝ ਤੁਸੀਂ through network, through dialogue, through counseling, through coaching, ਤੁਸੀਂ support ਲੈ ਕੇ you can build up your capacity, right? ਜਿੱਥੇ ਤੁਸੀਂ ਗੱਲ ਕੀਤੀ ਕਿ ਸਾਡੇ ਐਡੀਸ਼ਨਲ ਬੈਰੀਅਰਸ ਹੈਗੇ ਆ, ਕੋਈ ਪਰਸਨਲ ਐਕਸਪੀਰੀਐਂਸਿਸ ਇਸ ਤਰ੍ਹਾਂ ਦੇ ਹੋਏ ਹੋਣਗੇ? I think ਕੋਈ ਚੈਲੰਜ ਮਹਿਸੂਸ ਕੀਤਾ ਹੋਵੇ? I think every day there's challenges, right? Actually, one of my next projects will be to write about challenges. ਮੈਂ ਆਪਣੇ friends ਨੂੰ ਹੱਸਦੀ ਹੁੰਦੀ ਹਾਂ ਵੀ I want to write a book on the day in the life of Dal, right? And ਇਹਦਾ ਮਤਲਬ ਇਹ ਨਹੀਂ not about me, but about ਜਿਹੜੇ east-west challenges ਆ. That's one set of challenges. ਵੀ ਤੁਹਾਡੇ western value, eastern value, ਤੁਸੀਂ ਇਹਨਾਂ ਨੂੰ ਕਿੱਦਾਂ ਸਮਝਣਾ ਤੇ ਇਹਨਾਂ ਨੂੰ integrate ਕਿਵੇਂ ਕਰਨਾ, and then make actions and decisions in your life ਜਿਹਦੇ ਨਾਲ ਤੁਹਾਨੂੰ ਲੱਗਦਾ ਵੀ okay, I've integrated both, or I'm comfortable leading one or the other. This is a challenge, right? Being born and raised in this country, but having family backgrounds where we're immigrant family, immigrant community. So there's always that clash, right? The expectation from East and West are so different. Bilkul. Innu day-to-day challenge karna and navigate karna, it takes a lot of internal resources, right? A lot of dialogue with others. Okay, why are we making this decision this way? How does this impact me? How does this impact my family, right? So I think it's day-to-day. Big challenges, I think women go through different things. We have family pressures, all those things. ਉਹ ਤਾਂ ਆਪਾਂ ਨੂੰ I think ਆਮ ਪਤਾ ਹੀ ਹੁੰਦਾ. I think what we don't talk about is ਜਿਹੜੀ day to day ਹੁੰਦੀ ਆ. ਦਿਲਜੀਤ, ਕਦੇ ਆਪ ਵੀ ਲਿਮਿਟਿੰਗ ਬਲੀਫਸ ਜਿਹੜੇ ਆ ਮਹਿਸੂਸ ਕੀਤੇ ਆ ਕਿ ਵੀ ਹਾਂ ਮੇਰੇ ਇਹ ਲਿਮਿਟਿੰਗ ਬਲੀਫਸ ਹੈਗੇ ਸੀ ਤੇ ਮੈਂ ਉਹਨਾਂ ਨੂੰ ਓਵਰਕਮ ਕਿੱਦਾਂ ਕੀਤਾ? I think just doing making career changes, going to school, right? ਜਦੋਂ ਮੈਂ ਸਕੂਲੇ ਪੜ੍ਹਦੀ ਹਾਂ ਮੈਨੂੰ ਇੱਦਾਂ ਲੱਗਦਾ ਮੈਨੂੰ ਤਾਂ ਕੁਛ ਨਹੀਂ ਪਤਾ, ਮੈਂ ਹਰ ਰੂਮ 'ਚ ਕਿੱਦਾਂ ਆ ਗਈ, ਮੈਨੂੰ ਕਿਹਨੇ ਪਰਮਿਸ਼ਨ ਦੇ ਦਿੱਤੀ to come to UBC to do a doctorate program, right? I don't feel as smart as people I work with or go to school with. Even though I'm born and raised here, ਫਿਰ ਵੀ language ਦਾ ਫਰਕ ਪੈਂਦਾ, right? ਮੈਂ ਅੱਗੇ ਕਦੇ ਨਹੀਂ ਕਹਿੰਦੀ ਹੁੰਦੀ ਸੀ really English is my second language, because ਮੈਨੂੰ ਇੱਦਾਂ ਲੱਗਦਾ ਸੀ I'm born here, English is my first language, but it's not, ਕਿਉਂਕਿ ਘਰ 'ਚ ਪਹਿਲਾਂ ਪੰਜਾਬੀ ਸੀ ਬੋਲਦੇ ਸੀ, right? So ਹੁਣ ਫਿਰ ਮੈਂ ਉਹ ਵੀ accept ਕਰ ਲੈਂ ਵੀ English ਦੀ ਵੀ limitation ਹੈਗੀ ਆ, even being born and raised here. Cultural understanding ਦਾ ਫਰਕ ਹੈਗਾ ਆ, right? Come ਦੇ ਵਿੱਚ different groups, how you work with mainstream versus immigrant groups, ਬਹੁਤ ਫਰਕ ਆ. Those create limits, you don't have confidence in yourself. So there's a lot of things to work through. And as a professional woman, the higher up you go in the career ladder, more challenges aa jande hai. Because the expectation change ho janda. You have to learn to manage politics, power dynamics in different roles, especially as a woman of color. Sometimes I'm the only woman in a room or the only woman of color in the room. Phir tunu sochna panda vi okay, aha situation mein kiddan bolna, right? How do I present myself? What can I say? What can I not say? Right? So there's lots of those kind of dynamics I think that we go through as women. ਦਿਲਜੀਤ, ਮੈਂ ਤੁਹਾਡੀ ਇਜਾਜ਼ਤ ਦੇ ਨਾਲ ਪਹਿਲੇ ਕਾਲਰ ਲੈ ਲਵਾਂ? Sure. ਹਾਂਜੀ ਰਾਜਦੀਪ ਜੀ। ਸਤਿ ਸ਼੍ਰੀ ਅਕਾਲ ਦੋਨਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ do you know there is no such thing as black people, white people, brown people? ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਵੀ people of color, it's a political term. So where you are right now, is it because of you are among the not so colored people or white people? Because if you were, as you said, Punjabi is your first language being in Canada, not single, you're taking English as your second language because your mother tongue is Punjabi. If you were among your own people back home, so-called colored people, you'll probably be seeking roti on chulla somewhere. So what would you prefer? Being among the colored people of your own kind back home, or being among not so colored people? ਤੁਸੀਂ ਆਪਣਾ ਸਵਾਲ ਥੋੜਾ ਹੋਰ ਸਪਸ਼ਟ ਕਰ ਸਕਦੇ ਹੋ? ਮੈਂ ਸਪਸ਼ਟ ਹੀ ਕਰ ਰਿਹਾ ਵੀ ਤੁਸੀਂ ਜਿਵੇਂ ਆਪਾਂ ਇਹ ਨਵੀਂ ਜੀ ਇੱਕ ਟਰਮ ਚੱਲੀ ਆ colored people. So why would you even bring that up? I mean, being women of color, that means not so colored people are doing something bad to colored people, because the colored people back home, if you are there, you'll be in a much worse shape than you already are because you are where you are because of not so colored people. What do you think? ਕੀ ਕਹਿਣਾ ਚਾਹੁੰਦੇ ਹੋ?
I think everybody has a right to define who they are in the world according to the labels and definitions available to us. Whether you're here or a different country, home country, I think you move your life and journey according to where you are and the definitions that are available to you, and whether you work with them or against them, that is an individual choice. And the terms around people of color, etc., those are anthropological terms. There's geography related, there's history. So I don't think that we're going to get into history and geography. I would say everyone has a right to define themselves according to what they feel fits them. ਦਿਲਜੀਤ ਜਿਸ ਤਰ੍ਹਾਂ ਇਹਨਾਂ ਨੇ ਇਹ ਸਵਾਲ ਕੀਤਾ, ਬਹੁਤ ਵਾਰੀ ਕਈ ਇਸ ਤਰ੍ਹਾਂ ਦੇ ਸਵਾਲ ਉੱਠਦੇ ਹੈਗੇ ਆ, ਖਾਸ ਕਰਕੇ ਔਰਤਾਂ ਦੇ ਲਈ, ਜਦੋਂ ਇਹ ਉਹਨਾਂ ਨੂੰ ਡਿਕਟੇਟ ਕੀਤਾ ਜਾਂਦਾ ਕਿ ਤੁਸੀਂ ਇੱਦਾਂ ਸੋਚੋ ਜਾਂ ਇੱਦਾਂ ਨਹੀਂ ਸੋਚੋ। ਕੋਈ ਟਾਈਮ ਹੁੰਦਾ ਸੀ, ਆਮ ਕਿਹਾ ਜਾਂਦਾ ਸੀ ਕਿ ਕੁੜੀਆਂ ਐ ਨਹੀਂ ਕਰਦੀਆਂ ਹੁੰਦੀਆਂ, ਕੁੜੀਆਂ ਉਹ ਨਹੀਂ ਕਰਦੀਆਂ ਹੁੰਦੀਆਂ। ਜੇ ਅੱਜ ਤੁਸੀਂ ਜਿਸ ਪੋਜੀਸ਼ਨ 'ਤੇ ਤੁਸੀਂ ਖੜ੍ਹੇ ਹੋ, ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲਬਾਤ ਨੂੰ ਕਿ ਸੋਚਣ ਦੇ ਲਈ ਵੀ ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਇੱਦਾਂ ਸੋਚੋ ਅਤੇ ਇੱਦਾਂ ਨਹੀਂ ਸੋਚੋ, ਕਰਨ ਦੀ ਤਾਂ ਗੱਲ ਹੀ ਦੂਰ ਦੀ। I think ਜਦੋਂ ਤੁਹਾਨੂੰ ਹੋਰ ਕੋਈ ਕਹਿੰਦਾ, ਰਾਈਟ, ਕੋਈ ਵੀ ਹੋਵੇ, ਤੁਸੀਂ ਇੱਦਾਂ ਕਰੋ ਜਾਂ ਨਹੀਂ ਕਰੋ ਜਾਂ ਐਂ ਕਰੋ, ਐਂ ਬੋਲੋ, ਐਂ ਸੋਚੋ, they're coming from their perspective, their experiences, their world view. We're all different and unique. ਤੁਸੀਂ ਅਗਲੇ ਦੀ ਗੱਲ ਸੁਣੋ, if it works for you, if it doesn't apply to you, you can discard it. That is a choice we have in a free world and as free people. Okay. ਕਿਉਂਕਿ ਹੁਣ ਤੁਸੀਂ ਔਰਤਾਂ ਦੇ ਬਾਰੇ ਗੱਲ ਕਰ ਰਹੇ ਹੋ, ਔਰਤਾਂ ਲਈ ਗੱਲ ਕਰ ਰਹੇ ਹੋ, ਤੁਸੀਂ ਇਹ ਕਹਿੰਦੇ ਹੋ ਕਿ ਵੀ ਮੈਂ ਜ਼ਿਆਦਾ ਕੰਟਰੀਬਿਊਟ ਕਰਨਾ ਚਾਹੁੰਦੀ ਹਾਂ ਔਰਤਾਂ ਦੇ ਸਿਲਸਿਲੇ ਦੇ ਵਿੱਚ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ, ਬੜਾ ਸਿੱਧਾ ਜਿਹਾ ਸਵਾਲ ਹੈ ਕਿ ਅੱਜ ਦੀ ਏਜ ਦੇ ਵਿੱਚ ਔਰਤਾਂ ਦੇ ਲਈ ਕਿਹੋ ਜਿਹੇ ਚੈਲੰਜ ਨੇ ਅਤੇ ਕਿਹੜੇ ਚੈਲੰਜਸ ਨੇ ਜਿਨ੍ਹਾਂ ਨੂੰ ਅਸੀਂ ਓਵਰਕਮ ਕਰ ਲਿਆ, ਜਿੱਥੇ ਕੰਮ ਕਰਨ ਦੀ ਸਾਨੂੰ ਜ਼ਰੂਰਤ ਹੈਗੀ ਹੈ ਹਾਲੇ। ਦਿਸਦਾ ਹੈ ਕਿ ਵੀ ਨਹੀਂ, ਇਹ ਔਰਤਾਂ ਨਹੀਂ ਕਰ ਸਕੀਆਂ, ਜਾਂ ਔਰਤਾਂ ਨੂੰ ਅਗਾਂਹ ਵਧਾਉਣ ਦੇ ਲਈ ਜਾਂ ਹੋਰ ਪ੍ਰੋਗਰੈਸ਼ਨ ਦੇ ਲਈ ਆਹ ਅੜਿੱਕੇ ਹੈਗੇ ਆ, ਆਬਸਟੀਕਲਸ ਹੈਗੀਆਂ ਨੇ। I think ਕਿਉਂਕਿ ਇਕਨੋਮਿਕਲੀ ਤਾਂ ਬਹੁਤ ਕਿਹਾ ਜਾਂਦਾ ਹੈ ਕਿ ਵੀ ਹਾਂ ਇਹ ਹੁਣ ਇੰਡੀਪੈਂਡੈਂਟ ਹੋ ਗਈਆਂ। ਹਰ ਕਿਸੇ ਦਾ ਇਹ ਜ਼ੋਰ ਲੱਗਾ ਹੋਇਆ, ਜਦੋਂ ਕੋਈ ਇੰਡੀਆ ਤੋਂ ਵੀ ਇਸ ਕੰਟਰੀ ਦੇ ਵਿੱਚ ਵੀ ਆਉਂਦਾ, ਸਭ ਤੋਂ ਪਹਿਲਾਂ ਕੰਮ ਇਹੀ ਹੁੰਦਾ ਕਿ ਕੰਮ ਲੱਭ ਜਾਵੇ। ਉਹ ਵੀ ਕੁੜੀਆਂ, ਉਹ ਵੀ ਔਰਤਾਂ ਜਿਨ੍ਹਾਂ ਨੇ ਕਦੇ ਇੰਡੀਆ ਦੇ ਵਿੱਚ ਕੰਮ ਨਹੀਂ ਕੀਤਾ ਹੁੰਦਾ ਜਾਂ ਇਕਨੋਮਿਕ ਇੰਡੀਪੈਂਡੈਂਸ ਦੀ ਉਹਨਾਂ ਨੇ ਜ਼ਰੂਰਤ ਮਹਿਸੂਸ ਨਹੀਂ ਕੀਤੀ ਹੁੰਦੀ, ਪਰ ਇਸ ਮੁਲਕ ਦੇ ਵਿੱਚ ਆ ਕੇ ਜ਼ਰੂਰਤ ਮਹਿਸੂਸ ਕਰਦੇ ਆ ਲੋਕ ਕਿ ਦੋਹਾਂ ਦਾ ਕੰਮ ਕਰਨਾ ਜ਼ਰੂਰੀ ਹੈ। ਇਸ ਕਰਕੇ ਕੰਮ ਕਰਨ ਜ਼ਰੂਰ ਭੇਜ ਦਿੱਤਾ ਜਾਂਦਾ, ਪਰ ਮਰਜ਼ੀ ਦਾ ਕੰਮ ਕਰਨਾ ਇਹ ਕਰਦੀਆਂ ਨੇ ਜਾਂ ਨਹੀਂ ਕਰਦੀਆਂ ਨੇ, ਉਹ ਦੂਰ ਦੀ ਗੱਲ ਹੈਗੀ ਆ। ਤੁਹਾਡੀ ਨਜ਼ਰ ਦੇ ਵਿੱਚ ਜਿਹੜੇ ਚੈਲੰਜਸ ਤੁਹਾਨੂੰ ਲੱਗਦਾ ਕਿ ਹੈਗੇ ਨੇ ਹਾਲੇ, ਜਿਨ੍ਹਾਂ ਨੂੰ ਓਵਰਕਮ ਕਰਨਾ ਸਾਨੂੰ ਚਾਹੀਦਾ? ਮੈਂ ਇੱਕ ਤੁਹਾਨੂੰ ਗੱਲ ਦੱਸਦੀ ਹਾਂ from someone who reached out to me. She is a Punjabi younger girl. ਉਹ ਇੱਕ higher education ਦੇ ਵਿੱਚ ਕੰਮ ਕਰਦੀ ਆ, not locally, somewhere in BC. ਉਹਨੇ ਮੈਨੂੰ ਰੀਚ ਆਊਟ ਕੀਤਾ ਅਤੇ ਕਹਿੰਦੀ ਵੀ ਜਿਹੜੇ struggles my parents faced to have voice in a system, ਮੈਂ ਹਾਲੇ ਵੀ ਇਹ struggle ਕਰਦੀ ਹਾਂ. So we've been talking. I've been trying to just help her come up with ideas, extend her network. But what that tells me, ਤੁਹਾਡੇ question ਨੂੰ answer ਕਰਨ ਲਈ, is ਜਿਹੜੇ ਆਪਣੇ systems, whether it is professional or other, there are still blockages and limits for us as women. So my education right now, a lot of it is focused on collaboration. So getting a seat at the table, meaning ਵੀ ਜਗ੍ਹਾ ਹੋਵੇ ਟੇਬਲ 'ਤੇ ਬੈਠ ਕੇ ਹੋਰ ਅਦਰਸ ਦੇ ਨਾਲ ਤੇ ਗੱਲ ਕਰਨੀ। ਕਈ ਵਾਰੀ ਆਪਾਂ ਨੂੰ ਹਾਲੇ ਸੀਟ ਮਿਲਦੀ ਆ ਪਰ ਇਜਾਜ਼ਤ ਨਹੀਂ ਹੁੰਦੀ ਬੋਲਣ ਲਈ, ਜਾਂ ਤੁਸੀਂ ਓਨਲੀ ਸਰਟਨ ਅਮਾਊਂਟ ਕਹਿ ਸਕਦੇ ਆ, ਰਾਈਟ? ਸੋ ਦੇਰ ਸਟਿਲ ਲਿਮਿਟਸ। ਸੋ ਆਈ ਥਿੰਕ ਫੁੱਲ ਵੋਇਸ, ਫੁੱਲ authority ਹਾਲੇ ਨਹੀਂ ਹੈਗੀ. We have a long ways to go as women. Economic independence and freedom ਇੱਕ ਹਿੱਸਾ ਆ ਅੱਛਾ of that, but education is another ਹਿੱਸਾ, ਤੁਹਾਡੀ family personal life is another ਹਿੱਸਾ, ਤੁਹਾਡੇ ਆਪਦੇ dreams is another ਹਿੱਸਾ। ਉਹ ਏਰੀਆ ਆਪਾਂ ਗੱਲ ਨਹੀਂ ਕਰਦੇ। ਦੈਟਸ ਟਰੂ ਕਿ ਡਰੀਮਸ ਜਿਹੜੀ ਆ ਉਹ ਬਹੁਤ ਦੂਰ ਦੀ ਗੱਲ ਹੈਗੀ ਆ। ਹਾਲੇ ਤਾਂ ਜੇ ਫਾਊਂਡੇਸ਼ਨ ਦੀ ਗੱਲ ਕਰੀਏ ਕਿ ਵੀ ਇਹ ਜਿਹੜੀ ਇਕਨੋਮਿਕ ਇੰਡੀਪੈਂਡੈਂਸ ਹੈ ਉਹਦੇ 'ਤੇ ਹੀ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈਗਾ।
ਵਾਪਸ ਆਉਂਦੇ ਹਾਂ ਜਿੱਥੋਂ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਆਪਾਂ ਬਹੁਤ ਸਾਰੇ ਪ੍ਰੋਗਰਾਮਸ ਕੀਤੇ। ਮੇਰੇ ਮਨ ਦੇ ਵਿੱਚ ਇਹ ਹੁੰਦਾ ਸੀ ਕਿ ਜਨਵਰੀ ਦੇ ਵਿੱਚ ਪਹਿਲਾ ਹਫਤਾ ਜਿਹੜਾ ਉਹਦੇ 'ਚ ਤੁਹਾਡੇ ਉਸ ਕੈਲੰਡਰ ਦਾ ਜ਼ਿਕਰ ਜ਼ਰੂਰ ਕੀਤਾ ਜਾਵੇ ਜਿਹਦੇ ਵਿੱਚ ਪੂਰੇ ਸਾਲ ਭਰ ਦੇ ਲਈ ਕਿ ਪੇਰੈਂਟਸ ਅਤੇ ਬੱਚੇ ਰਲ ਕੇ ਕੀ ਕਰ ਸਕਦੇ ਆ, ਉਹ ਐਕਟੀਵਿਟੀਜ਼ ਹੁੰਦੀਆਂ ਸੀ। ਉਹ ਜਿਹੜਾ ਇਨੀਸ਼ੀਏਟਿਵ ਸੀ ਤੁਹਾਡਾ, ਉਹਦੇ ਬਾਰੇ ਸਾਡੇ ਸੁਣਨ ਵਾਲਿਆਂ ਦੇ ਨਾਲ ਆਪਣੇ ਖਿਆਲ ਸਾਂਝੇ ਕਰੋ ਕਿ ਉਹ ਜਿਹੜਾ ਕੈਲੰਡਰ ਦਾ ਸਿਲਸਿਲਾ ਉਹ ਕਿੰਨੇ ਸਾਲ ਚੱਲਿਆ, ਕੀ ਹਾਲੇ ਵੀ ਚੱਲਦਾ ਆ, ਅਤੇ ਉਹ ਕਿਵੇਂ ਇਨੀਸ਼ੀਏਟ ਹੋਇਆ ਸੀ? ਉਹ ਇਨੀਸ਼ੀਏਟਿਵ 10 ਸਾਲ ਚੱਲਿਆ ਸੀ, ਹੁਣ ਨਹੀਂ ਹੈਗਾ। ਉਸ ਵੇਲੇ ਬਹੁਤ ਸਾਲ ਪਹਿਲਾਂ ਅਸੀਂ अर्ਲੀ ਚਾਈਲਡਹੁੱਡ ਕਮਿਊਨਿਟੀ ਵਿੱਚ ਇਹ ਕੰਮ ਸ਼ੁਰੂ ਕੀਤਾ ਸੀ ਬਿਕਾਜ਼ ਆਮ ਜਿਹੜਾ ਬ੍ਰੇਨ ਡਿਵੈਲਪਮੈਂਟ ਦਾ ਇਨਫੋਰਮੇਸ਼ਨ ਸੀ ਉਹ ਆਪਣੀ ਕਮਿਊਨਿਟੀ 'ਚ ਹੈ ਨਹੀਂ ਸੀਗਾ। ਸੋ ਅੰਗਰੇਜ਼ੀ, ਪੰਜਾਬੀ, ਉਰਦੂ ਦੇ ਵਿੱਚ ਮੇਰੇ ਖਿਆਲ ਉਹ ਕੈਲੰਡਰ ਹੁੰਦਾ ਸੀ। ਹਾਂਜੀ, ਦੈਟਸ ਰਾਈਟ, ਤੁਹਾਨੂੰ ਯਾਦ ਹੈ। ਅਤੇ ਇੱਕ ਸਾਊਥ ਏਸ਼ੀਅਨ अर्ਲੀ ਚਾਈਲਡਹੁੱਡ ਟਾਸਕ ਗਰੁੱਪ ਸੀ, ਉਹਦੇ 'ਚ ਆਪਣੇ ਪੰਜਾਬੀ, ਹਿੰਦੀ, ਉਰਦੂ ਸਪੀਕਿੰਗ, ਇੰਗਲਿਸ਼ ਸਪੀਕਿੰਗ ਮੈਂਬਰ ਸੀਗੇ, ਜਿਨ੍ਹਾਂ ਨੇ ਅਸੀਂ ਡਿਸਾਈਡ ਕੀਤਾ ਸੀਗਾ ਵੀ ਪੇਰੈਂਟਸ ਨੂੰ ਅਤੇ ਗ੍ਰੈਂਡ ਪੇਰੈਂਟਸ ਨੂੰ ਰੀਚ ਕਰਨ ਲਈ, अर्ਲੀ ਚਾਈਲਡ ਇਨਫੋਰਮੇਸ਼ਨ, ਬ੍ਰੇਨ ਸਾਇੰਸ ਰਿਸਰਚ ਦੇਣ ਲਈ ਅਸੀਂ ਇੱਕ ਕੈਲੰਡਰ ਯੂਜ਼ ਕਰਾਂਗੇ ਐਜ਼ ਅ ਵਹੀਕਲ ਫॉर ਕਮਿਊਨੀਕੇਸ਼ਨ। ਤੁਹਾਨੂੰ ਯਾਦ ਹੋ ਉਹ ਕੈਲੰਡਰ ਦਾ ਨਾਂ ਸੀਗਾ ਬੱਚੇ ਆਪਣੇ ਆਪ ਨਹੀਂ ਪਲਦੇ। ਮੈਨੂੰ ਹਾਲੇ ਵੀ ਉਹਦਾ ਨਾਂ ਬਹੁਤ ਪਸੰਦ ਆ। ਐਂਡ ਅਸੀਂ ਇਹ ਨਾਂ ਚੂਜ਼ ਕੀਤਾ ਸੀ ਬਿਕਾਜ਼ ਉਦੋਂ ਕਿਹਾ ਜਾਂਦਾ ਸੀ ਕੋਈ ਨਹੀਂ ਬੱਚੇ ਲਾ ਲਓ ਆਪੇ ਪਲ ਜੂ। ਬਿਲਕੁਲ ਰਾਈਟ। ਸੋ ਅਸੀਂ ਇਹ ਤਾਂ ਹੀ ਨਾਂ ਸ਼ੁਰੂ ਕੀਤਾ ਸੀਗਾ ਬਿਕਾਜ਼ ਬੱਚੇ ਆਪੇ, ਉਹ ਆਪੇ ਉਹਨਾਂ ਨੇ ਪੜ੍ਹ ਹੀ ਜਾਣਾ, ਪਰ ਜਿਹੜੀ ਉਹਨਾਂ ਦੀ ਟ੍ਰੈਜੈਕਟਰੀ ਆ, ਲਾਈਫ ਓਪਰਚੁਨਿਟੀਜ਼ ਆ, ਉਹ ਲਿਮਿਟ ਨਾ ਜਾਓ। ਜੇ ਤੁਸੀਂ ਰਿਸੋਰਸਿਸ ਐਕਸੈਸ ਕਰੋਗੇ, ਤੁਸੀਂ ਬੱਚਿਆਂ ਨੂੰ ਇੰਗਲਿਸ਼ ਸਿਖਾਓਗੇ, ਡਿਫਰੈਂਟ ਲੈਂਗੁਏਜਸ ਸਿਖਾਓਗੇ, ਆਪਣੀ ਮਦਰ ਟੰਗ ਸਿਖਾਓਗੇ, ਉਹਨਾਂ ਨੂੰ ਚਾਈਲਡ ਡਿਵੈਲਪਮੈਂਟ ਦੇ ਹਿਸਾਬ ਨਾਲ, ਬ੍ਰੇਨ ਐਕਟੀਵਿਟੀਜ਼ ਦੇ ਹਿਸਾਬ ਨਾਲ ਐਕਟੀਵਿਟੀਜ਼ ਦੇਵੋਗੇ, ਐਕਸਪੀਰੀਅੰਸਿਸ ਦੇਵੋਗੇ, ਉਹਨਾਂ ਦੀ ਕਪੈਸਿਟੀ ਵੱਧ ਜਾਂਦੀ ਆ। ਸੋ ਅਸੀਂ ਫਿਰ ਉਹ ਇਨਫੋਰਮੇਸ਼ਨ ਪਾਉਂਦੇ ਸੀ ਇਨ ਦ ਕੈਲੰਡਰ, ਡੇਲੀ ਟਿਪਸ ਫॉर ਪੇਰੈਂਟਸ, ਤੁਸੀਂ ਕਿੱਦਾਂ ਬੱਚਿਆਂ ਨਾਲ ਗੱਲਾਂ ਬਾਤਾਂ ਕਰਨੀਆਂ, ਕਿਹੜੀਆਂ ਐਕਟੀਵਿਟੀਜ਼ ਤੁਹਾਡੇ ਲਈ ਅਵੇਲੇਬਲ ਆ, ਸੋ ਦੈਟ ਆਪਣੇ ਕਮਿਊਨਿਟੀ ਵਿੱਚ, ਆਪਣੀ ਕਮਿਊਨਿਟੀ 'ਚ ਵੱਧ ਤੋਂ ਵੱਧ ਇਨਫੋਰਮੇਸ਼ਨ ਹੋਵੇ ਐਂਡ ਇਨ ਅ ਲੈਂਗੁਏਜ ਦੈਟਸ accessible to them. ਕਿੰਨਾ ਕਾਮਯਾਬ ਰਿਹਾ ਸੀ ਇਹ ਤਜਰਬਾ? ਬਹੁਤ। I think we noticed lots of shifts also in the South Asian community. Back then, fathers were not always involved very much in sports or school programs. Or see, as a community, ਦੇਖਿਆ ਵੀ fathers were getting more involved. ਆਪਣੀ community 'ਚ awareness ਬਹੁਤ ਆਈ about the importance ਵੀ ਬੱਚਿਆਂ ਨੂੰ time ਦੇਣਾ, ਉਹਨਾਂ ਨਾਲ time spend ਕਰਨਾ, ਅਤੇ ਬੱਚਿਆਂ ਨੂੰ involved ਰੱਖਣਾ in activities and sports, etc. Right? Arts, crafts, ਜਿਹੜੀ ਵੀ ਬੱਚੇ ਦੀ interest ਆ। So but ਹਾਲੇ ਵੀ ਉਹ ਕੰਮ ਦੀ ਲੋੜ ਆ because ਆਪਣੀ we have a lot of newcomers to our community, so information all the time ਲੋੜ ਆ, not just our Punjabi community but all communities. ਬਿਲਕੁਲ ਐਗਜ਼ੈਕਟਲੀ, ਕਿਉਂਕਿ ਮੈਨੂੰ ਪਤਾ ਹੈ ਕਿ ਬਹੁਤ ਵੈਲਿਊਏਬਲ ਇਨਫੋਰਮੇਸ਼ਨ ਉਹਦੇ ਵਿੱਚ ਹੁੰਦੀ ਸੀ। ਮੈਂ ਆਪਣੇ ਘਰ ਵੀ ਉਹਨੂੰ ਡਿਸਪਲੇ ਕਰਕੇ ਰੱਖਦੀ ਸੀ। ਪੰਜਾਬੀ 'ਚ ਉਹ ਕੈਲੰਡਰ ਹੁੰਦਾ ਸੀ, ਸਪੈਸ਼ਲੀ ਜਿਹੜੇ ਬਜ਼ੁਰਗ ਸੀ ਉਹਨਾਂ ਦੇ ਲਈ ਬਹੁਤ ਈਜ਼ੀ ਹੋ ਜਾਂਦਾ ਸੀਗਾ ਕਿਉਂਕਿ ਐਕਟੀਵਿਟੀਜ਼ ਦਾ ਰਿਮਾਈਂਡਰ ਉਹਦੇ ਉੱਤੇ ਹੁੰਦਾ ਸੀ। ਕਈ ਵਾਰ ਸਾਡੇ ਮਾਈਂਡ ਦੇ ਵਿੱਚ ਹੁੰਦਾ ਕਿ ਇਹ ਚੀਜ਼ਾਂ ਕੀਤੀਆਂ ਜਾ ਸਕਦੀਆਂ, ਬਟ ਅਸੀਂ ਅਕਸਰ ਕਰਦੇ ਨਹੀਂ। ਬੱਚਿਆਂ ਦੇ ਨਾਲ ਕੰਮ ਕਰਦੇ ਹੋਏ, ਬੱਚਿਆਂ ਦੇ ਲਈ ਪ੍ਰੋਜੈਕਟਸ ਤਿਆਰ ਕਰਦੇ ਹੋਏ, ਹੋਰ ਕਿਹੋ ਜਿਹੇ ਜਿਹੜੇ ਤੁਹਾਡੇ ਆਪਣੇ ਐਕਸਪੀਰੀਅੰਸਿਸ ਹੋਏ ਜੇ ਉਹ ਸਾਡੇ ਸੁਣਨ ਵਾਲਿਆਂ ਦੇ ਨਾਲ ਸ਼ੇਅਰ ਕਰ ਸਕੋ in relation to our community specifically? When I was at Diversity, although I did work in the South Asian, the seniors work as well, right? Outreach to seniors programs, parenting groups, a lot of work around youth. So mostly it was around community education outreach efforts. ਵੀ ਜਿਨ੍ਹਾਂ ਨੂੰ ਇਨਫੋਰਮੇਸ਼ਨ ਨਹੀਂ ਪਤਾ ਜਾਂ ਰਿਸੋਰਸਿਸ ਦਾ ਨਹੀਂ ਪਤਾ, ਉਹਨਾਂ ਨੂੰ ਪਤਾ ਦਵਾਈਏ ਅਤੇ ਉਹਨਾਂ ਨੂੰ ਆਪਣੇ ਨਾਲ, ਆਪਣੇ ਆਰਗੇਨਾਈਜੇਸ਼ਨ ਦੇ ਨਾਲ ਜਾਂ ਬਾਕੀ ਦੇ ਰਿਸੋਰਸਿਸ ਆਰਗੇਨਾਈਜੇਸ਼ਨ ਦੇ ਨਾਲ ਕਨੈਕਟ ਕਰੀਏ, ਦੱਸੀਏ ਅਬਾਊਟ ਲਾਇਬ੍ਰੇਰੀ, ਸਕੂਲ ਪ੍ਰੋਗਰਾਮਸ, ਸਿਟੀ ਪ੍ਰੋਗਰਾਮਸ, ਅਦਰ ਨਾਨ ਪ੍ਰੋਫਿਟਸ। ਸੋ ਦ ਗੋਲ ਵਾਜ਼ ਵੀ ਜੇ ਤੁਹਾਨੂੰ ਕਿਸੇ ਹੈਲਪ ਦੀ ਲੋੜ ਆ, ਤੁਹਾਨੂੰ ਕਿਸੇ ਰਿਸੋਰਸ ਦੀ ਲੋੜ ਹੈ, ਵੀ ਅਸੀਂ ਤੁਹਾਨੂੰ ਦੱਸੀਏ। ਸੋ a lot of outreach efforts into the community. At the city, all my work was for all communities, not only South Asian community. ਮੈਨੂੰ ਯਾਦ ਹੈ ਤੁਸੀਂ ਮੇਰੇ ਖਿਆਲ ਸਮਰ ਕੈਂਪਸ ਵੀ ਤੁਸੀਂ ਡਿਜ਼ਾਈਨ ਕਰਦੇ ਰਹੇ, ਉਹਦੀ ਪ੍ਰੋਗਰਾਮਿੰਗ ਵੀ ਕਰਦੇ ਰਹੇ। ਹਾਂਜੀ ਹਾਂਜੀ, ਸਮਰ ਕੈਂਪਸ ਐਵਰੀ ਈਅਰ। ਤੁਹਾਡੇ ਸ਼ੋਅ 'ਤੇ ਆ ਕੇ ਵੀ ਮੈਂ ਦੱਸਦੀ ਵੀ ਹੁੰਦੀ ਸੀ ਵੀ ਸਬਸਿਡੀਜ਼ ਹੈਗੀਆਂ for summer camps, where they're available, improving summer camps to meet children's needs and interests. So always working for what do children and families need. The goal is to strengthen the family unit. Part of that work has been focusing on childcare in Surrey. For 6 years, I sat on the provincial council to the ministers who make decisions, policy decisions on childcare. In BC, the government's plan is to create a universal childcare system. That's important for women and for fathers and mothers and grandparents to have opportunity available
to access childcare. So ਤੁਸੀਂ ਕੰਮ ਕਰ ਸਕਦੇ ਹੋ ਜਾਂ ਤੁਸੀਂ ਪੜ੍ਹ ਸਕਦੇ ਆ ਜਾਂ ਸਪੈਸ਼ਲੀ ਜਿਹੜੇ children ਜਿਨ੍ਹਾਂ ਨੂੰ ਸਪੈਸ਼ਲ ਨੀਡ ਆ ਉਹਨਾਂ ਨੂੰ ਕੋਈ ਡਿਵੈਲਪਮੈਂਟਲ ਡਿਲੇ ਆ ਉਹਨਾਂ ਨੂੰ ਫਾਰਮਲ ਪ੍ਰੋਗਰਾਮਸ ਦੀ ਲੋੜ ਪੈਂਦੀ ਆ ਫॉर देयर ਓਨ ਡਿਵੈਲਪਮੈਂਟ ਸੋ ਇਟਸ ਇੰਪੋਰਟੈਂਟ ਵੀ ਇਹ ਸਰਵਿਸਿਜ਼ ਅਵੇਲੇਬਲ ਹੈਗੇ ਆ ਫॉर ਆਰ ਫੈਮਲੀਜ਼ ਇਨ ਦਿਸ ਪ੍ਰੋਵਿੰਸ ਤੁਹਾਡੀ ਸਾਰੀ ਗੱਲਬਾਤ ਮੈਂ ਦੇਖ ਰਹੀ ਸੀ ਫੋਕਸਡ ਹੈਗੀ ਮੇਨਲੀ ਐਜੂਕੇਸ਼ਨ ਦੇ ਉੱਤੇ ਚਾਹੇ ਉਹ ਬੱਚਿਆਂ ਦੀ ਅਸੀਂ ਗੱਲ ਕਰ ਰਹੇ ਹਾਂ ਜਾਂ ਅਸੀਂ ਵਿਮਨ ਦੀ ਗੱਲ ਕਰ ਰਹੇ ਹਾਂ ਜਾਂ ਅਸੀਂ ਕਮਿਊਨਿਟੀ ਇਸ਼ੂਜ਼ ਦੀ ਗੱਲ ਕਰਦੇ ਹੈਗੇ ਆ ਜਿਹੜੀ ਫਾਰਮਲ ਐਜੂਕੇਸ਼ਨ ਲੈਣੀ ਹੈ ਹਰ ਕਿਸੇ ਦੀ ਚਲੋ ਆਪੋ ਆਪਣੀ ਚੋਇਸ ਹੈ ਤੁਸੀਂ ਕੰਟੀਨਿਊਡ ਐਜੂਕੇਸ਼ਨ ਜਿਹੜੀ ਹੈ ਉਹ ਲੈ ਰਹੇ ਹੋ ਲਗਾਤਾਰ ਪਰ ਸਟਿਲ ਜੇ ਤੁਸੀਂ ਔਰਤਾਂ ਬਾਰੇ ਗੱਲ ਕਰਨੀ ਹੋਵੇ ਕਿ ਉਹ ਆਪਣੇ ਆਪ ਨੂੰ ਕਿਸ ਢੰਗ ਦੇ ਨਾਲ ਹੋਰ ਜ਼ਿਆਦਾ ਐਜੂਕੇਟ ਕਰ ਸਕਣ ਮੈਂ ਫਾਰਮਲ ਐਜੂਕੇਸ਼ਨ ਦੀ ਗੱਲ ਨਹੀਂ ਕਰ ਰਹੀ ਕੋਈ ਡਿਗਰੀਜ਼ ਜਾਂ ਸਰਟੀਫਿਕੇਟਸ ਦੀ ਗੱਲ ਨਹੀਂ ਕਰ ਰਹੀ ਕੁਝ ਜੇ ਤੁਸੀਂ ਸੁਜੈਸ਼ਨ ਆਪਣੇ ਵੱਲੋਂ ਇਸ ਗੱਲ ਦੀ ਦੇ ਸਕੋ ਕਿ ਔਰਤਾਂ ਨੂੰ ਆਪਣੇ ਆਪ ਨੂੰ ਕਿਵੇਂ ਐਜੂਕੇਟ ਕਰਨਾ ਚਾਹੀਦਾ ਕੀ ਪੜ੍ਹਨਾ ਚਾਹੀਦਾ ਕਿਹੋ ਜਿਹੀਆਂ ਵੈਬਸਾਈਟਸ 'ਤੇ ਜਾਣਾ ਚਾਹੀਦਾ ਤਾਂ ਕਿ ਫਿਜ਼ੀਕਲ ਮੈਂਟਲ ਇਮੋਸ਼ਨਲ ਜਿਹੜਾ ਉਹ ਬੈਲੈਂਸ ਅਸੀਂ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਉਹ ਕਰ ਸਕਣ I think ਅੱਜ ਕੱਲ੍ਹ ਦੇ ਜ਼ਮਾਨੇ 'ਚ ਆਪਣੇ ਕੋਲ ਸੋਸ਼ਲ ਮੀਡੀਆ ਐਂਡ ਵੈਬਸਾਈਟ ਪਲੈਟਫਾਰਮਸ ਇੰਨੇ ਆ mostly you can get so much information now through the internet, right? ਤੁਸੀਂ ਕੋਈ leadership development ਬਾਰੇ ਪੜ੍ਹਨਾ ਚਾਹੁੰਦੇ ਆ there's websites for that. ਤੁਸੀਂ ਕੋਈ health and wellness ਬਾਰੇ ਪੜ੍ਹਨਾ ਚਾਹੁੰਦੇ ਆ social media websites, Instagram, LinkedIn, there's so much free training, free knowledge out there. ਤੁਸੀਂ every day ਕੁਛ ਨਾ ਕੁਛ ਪੜ੍ਹ ਸਕਦੇ ਆ and there's many authors now emerging in the mainstream community and in our own community. In Punjabi community, I don't read as much, right? Even though I padh lani, but I don't read as much there. But English community ch bhi bahut hai, right? Brene Brown's, oh bahut likhti about bravery and courage for women. There's just lots of opportunity out there now. Podcasts hage ya, YouTube channels. Tusi anywhere information la sakde ha. ਅੱਛਾ ਜਿੱਥੇ ਹੁਣ ਵਿਮਨ ਐਮਪਾਵਰਮੈਂਟ ਦਾ ਇਸ਼ੂ ਜਿਹੜਾ ਉਹ ਉੱਠਦਾ ਹੈਗਾ ਮੈਂ ਬਹੁਤ ਸਾਰੀਆਂ ਜਿਹੜੀਆਂ ਵਿਮਨ ਇਸ ਪ੍ਰੋਗਰਾਮ ਦੇ ਵਿੱਚ ਆਉਂਦੀਆਂ ਉਹਨਾਂ ਦੇ ਨਾਲ ਹਮੇਸ਼ਾ ਗੱਲ ਕਰਦੀ ਹਾਂ ਕਈ ਲੋਕ ਕਹਿੰਦੇ ਆ ਕਿ ਨਹੀਂ ਇਹ ਫੈਮਿਨਿਜ਼ਮ ਦਾ ਐਵੇਂ ਹੀ ਝੰਡਾ ਚੁੱਕੀ ਫਿਰਦੀਆਂ ਐਵੇਂ ਹੀ ਰੌਲਾ ਪਾਇਆ ਹੋਇਆ ਕੋਈ ਇਸ ਚੀਜ਼ ਦੀ ਜ਼ਰੂਰਤ ਨਹੀਂ ਹੈ ਹੁਣ ਤਾਂ ਔਰਤਾਂ ਆਦਮੀ ਸਭ ਕੁਝ ਇਹ ਬਰਾਬਰ ਹੋ ਚੁੱਕਾ ਹੈ ਇਹਨਾਂ ਇਸ਼ੂਜ਼ 'ਤੇ ਬਹੁਤ ਜ਼ਿਆਦਾ ਕੁਝ ਔਰਤਾਂ ਫੋਕਸ ਕਰਦੀਆਂ ਨੇ ਪਰ ਮੈਂ ਕਈ ਵਾਰ ਇਹ ਗੱਲ ਮਹਿਸੂਸ ਕਰਦੀ ਹਾਂ ਕਿ ਉਹ ਔਰਤਾਂ ਜ਼ਿਆਦਾ ਟਾਰਗੇਟ ਹੁੰਦੀਆਂ ਨੇ ਜਿਹੜੀਆਂ ਔਰਤਾਂ ਬਾਰੇ ਹੀ ਗੱਲ ਕਰਦੀਆਂ ਨੇ ਔਰਤਾਂ ਲਈ ਗੱਲ ਕਰਦੀਆਂ ਨੇ ਤੁਹਾਡਾ ਕੀ ਐਕਸਪੀਰੀਅੰਸ ਹੈ Yeah, I would say ਕਈ ਵਾਰੀ ਆਪਾਂ ਐਜ਼ ਅ ਕਮਿਊਨਿਟੀ ਇੱਕ ਦੂਜੇ ਨੂੰ ਹੈਲਪ ਕਰਦਿਆਂ ਨੂੰ ਲਿਮਿਟ ਕਰ ਲੈਂਦੇ ਆ women can limit other women ਜਿੱਦਾਂ ਹੁਣ ਤੁਸੀਂ ਕਹਿ ਰਹੇ ਆ ਬਟ ਸੋ ਆਈ ਥਿੰਕ ਤੁਹਾਨੂੰ ਉਹ ਸਰਕਲਸ ਲੱਭਣੇ ਪੈਂਦੇ ਜਿੱਥੇ ਤੁਹਾਨੂੰ ਸਪੋਰਟ ਮਿਲੂਗਾ where women lift each other up and men lift each other up and women lift men up and men lift women up and vice versa because ਇਹ harmony ਨਾਲ ਆਪਾਂ community ਚੱਲਣਾ ਚਾਹੁੰਦੇ ਆ that is the ultimate aim of society ਵੀ ਆਪਾਂ harmony ਦੇ ਨਾਲ ਇੱਕ ਦੂਜੇ ਨਾਲ ਚੱਲੀਏ not in competition not to have one over the other but in harmony right harmony cohesive societies so you have to find those circles where you can get that support personally and professionally and that's there finding like-minded people who have similar interests or even different interests but can support you will get you further ਪੇਰੈਂਟਿੰਗ 'ਤੇ ਮੁੜ ਕੇ ਆਉਂਦੇ ਆ ਤੁਸੀਂ ਕਿਹਾ ਕਿ ਤੁਹਾਡੇ ਪੇਰੈਂਟਸ ਨੇ ਜਿਸ ਤਰ੍ਹਾਂ ਦੀ ਤੁਹਾਡੀ ਪੇਰੈਂਟਿੰਗ ਕੀਤੀ ਹੈ ਟੋਟਲੀ ਤੁਸੀਂ ਬਹੁਤ ਇਸ ਚੀਜ਼ ਤੋਂ ਖੁਸ਼ ਹੋ ਕੇ ਵੀ ਉਹ ਬਹੁਤ ਓਪਨ ਮਾਈਂਡਡ ਸਨ ਉਹਨਾਂ ਤੁਹਾਨੂੰ ਸਪੋਰਟ ਕੀਤਾ ਉਸ ਟਾਈਮ ਦਾ ਪੇਰੈਂਟਿੰਗ ਸਟਾਈਲ ਅਤੇ ਤੁਹਾਡਾ ਆਪਣਾ ਪੇਰੈਂਟਿੰਗ ਸਟਾਈਲ ਡੂ ਯੂ ਸੀ ਐਨੀ ਡਿਫਰੈਂਸ I would say ਜਦੋਂ ਬੱਚੇ ਛੋਟੇ ਹੁੰਦੇ ਸੀ ਉਦੋਂ ਮੇਰਾ ਕੰਮ ਵੀ ਬਹੁਤ ਹੁੰਦਾ ਸੀ in early childhood, right? So science ਦੇ ਹਿਸਾਬ ਨਾਲ research ਦੇ ਹਿਸਾਬ ਨਾਲ trying to raise them in a more modern way. But I think what I've noticed is ਜਦੋਂ ਬੱਚੇ teenage years ਤੇ ਜਾਂਦੇ ਆ ਉਦੋਂ ਉਹ wise traditional parenting not restrictive but moral based parenting ਕੰਮ ਆਉਂਦੀ ਆ ਸੋ ਬਹੁਤ ਵਾਰੀ ਹੁਣ ਮੈਂ ਉਹੀ ਗੱਲਾਂ ਆਪਣੇ ਬੱਚਿਆਂ ਨੂੰ ਕਹਿੰਦੀ ਜਿਹੜੇ ਮੇਰੇ ਮਾਪੇ ਮੈਨੂੰ ਕਹਿੰਦੇ ਸੀ ਕਿਉਂਕਿ ਆਈ ਥਿੰਕ ਬਹੁਤ ਸਿੱਖਿਆ ਸਟੈਂਡਸ ਆਪਾਂ ਇੰਗਲਿਸ਼ 'ਚ ਕਹਿੰਦੇ ਸਟੈਂਡਸ ਦਾ ਟੈਸਟ ਆਫ ਟਾਈਮ ਵੀ ਉਹਦਾ ਟਾਈਮ ਮੁੱਕਦਾ ਨਹੀਂ ਜਿਹੜੀ ਉਹ ਲੈਸਨਸ ਹੁੰਦੇ ਆ ਕਿਉਂਕਿ ਉਹ ਇਜ਼ ਬੇਸਡ ਔਨ ਵਿਜ਼ਡਮ and I would say my parents raised us with wise values and community values they ਉਹਨਾਂ ਦਾ ਟਾਈਮ ਨਹੀਂ ਲੰਘਿਆ ਉਹਨਾਂ ਦਾ ਹਾਲੇ ਟਾਈਮ ਹੁਣ ਉਦੋਂ ਵੀ ਲੋੜ ਆ ਜਿੱਦਾਂ ਜਿੱਦਾਂ ਆਪਣੀ ਆਈ ਥਿੰਕ ਬਰੋਡ ਕਮਿਊਨਿਟੀ 'ਚ ਫਰੈਗਮੈਂਟੇਸ਼ਨ ਹੈਗੀ ਆ ਰਾਈਟ ਡਿਵੀਜ਼ਨਸ ਹੋ ਰਹੀਆਂ ਆਈ ਥਿੰਕ ਹੁਣ ਵਾਈਜ਼
wisdom, values about community, caring for each other, having compassion. ਇੰਨਾ ਇੱਦਾਂ ਦੀ skills ਦੀ ਲੋੜ ਆ, ਇੱਦਾਂ ਦੀ thinking ਦੀ ਲੋੜ ਆ, and that so ਮੈਂ ਆਪਣੇ ਬੱਚਿਆਂ ਜਿਹੜਾ ਕੁਝ ਕਹਿੰਦੀ ਆਮ ਮੇਰੇ ਮਾਂ ਪਿਓ ਨੇ ਵੀ same thing ਹੀ ਮੈਨੂੰ ਕਹੀਆਂ ਸੀ। ਜਿੱਥੇ ਵਿਮਨ ਦੀ ਮੈਂ ਮੁੜ ਕੇ ਫਿਰ ਉੱਥੇ ਗੱਲ ਕਰਨਾ ਚਾਹੁੰਦੀ ਹਾਂ। ਅੱਜ ਕੱਲ੍ਹ ਬਹੁਤ ਵਾਰੀ ਇਹ ਗੱਲ ਔਰਤਾਂ ਵੀ ਮਹਿਸੂਸ ਕਰਦੀਆਂ ਨੇ, ਕਈ ਔਰਤਾਂ ਨੇ ਇਹ ਗੱਲ ਖੁੱਲ੍ਹ ਕੇ ਕਹਿਣੀ ਵੀ ਸ਼ੁਰੂ ਕਰ ਦਿੱਤੀ ਹੈ ਕਿ ਜਿੱਥੇ ਅਸੀਂ ਇਕਨੋਮਿਕ ਇੰਡੀਪੈਂਡੈਂਸ ਦੇ ਲਈ ਕੰਮ ਕਰ ਰਹੀਆਂ ਸੀ, ਜਿੱਥੇ ਅਸੀਂ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੀ ਗੱਲ ਕਰ ਰਹੀਆਂ ਸੀ, ਜਿਹੜਾ ਘਰ ਦਾ ਕੰਮ ਆ ਉਹ ਨਹੀਂ ਘਟਿਆ, ਉਹ ਬਰਾਬਰ ਬਰਕਰਾਰ ਹੈਗਾ। ਬਾਹਰ ਤੁਸੀਂ ਕੰਮ ਜ਼ਰੂਰ ਕਰਨੇ ਸ਼ੁਰੂ ਕਰ ਦਿੱਤੇ ਆ, ਉਹਦੇ ਨਾਲ ਜਿਹੜਾ ਸਟਰੈਸ ਹੈ ਇੱਕ ਔਰਤ ਦਾ ਵਧਿਆ। ਤੁਹਾਡਾ ਇਹਦੇ ਬਾਰੇ ਕੀ ਨਜ਼ਰੀਆ ਹੈ ਕਿ ਔਰਤਾਂ ਠੀਕ ਇਹ ਮਹਿਸੂਸ ਕਰਦੀਆਂ ਸਟਰੈਸ ਵਧਿਆ ਜਾਂ ਸਾਨੂੰ ਮੈਨੇਜ ਨਹੀਂ ਕਰਨਾ ਆ ਰਿਹਾ? ਆਈ ਥਿੰਕ ਆਪਣਾ ਸਟਰੈਸ ਵਧਿਆ ਹੋਇਆ ਬਿਕਾਜ਼ ਇੱਕ ਜਦੋਂ ਤੁਸੀਂ ਇੱਕ ਰੈਲਮ ਤੋਂ, ਇੱਕ ਏਰੀਆ ਆਫ ਲਾਈਫ, ਇੱਕ ਹਿੱਸੇ ਤੋਂ ਦੂਜੇ ਹਿੱਸੇ ਨੂੰ ਜਾਂਦੇ ਆ, ਆਪਾਂ ਇੱਕ ਹਿੱਸੇ ਦਾ ਕੰਮ ਘਟਾਇਆ ਨਹੀਂ, ਔਨ ਟਾਪ ਹੋਰ ਲੈ ਲਿਆ, ਰਾਈਟ? ਸੋ ਘਰ ਦੇ ਕੰਮ ਵੀ ਹਲੇ ਮੋਸਟਲੀ ਜ਼ਿੰਮੇਵਾਰੀ ਲੇਡੀਜ਼ ਦੀ ਹੁੰਦੀ ਆ। ਫਿਰ ਤੁਸੀਂ ਬਾਹਰ ਵੀ ਕੰਮ ਕਰਦੇ ਆ, ਉਹ ਵੀ ਤੁਸੀਂ ਖੁਦ ਹੀ ਕਰਨਾ, ਤੁਹਾਡੇ ਲਈ ਕਿਸੇ ਨੇ ਕਰਨਾ ਨਹੀਂ। ਜੇ ਤੁਸੀਂ ਔਨ ਟਾਪ ਪੜ੍ਹਨਾ, ਉਹ ਵੀ ਤੁਹਾਡੀ ਆਪਦੀ ਜ਼ਿੰਮੇਵਾਰੀ ਆ, ਉਹ ਤੁਹਾਡੇ ਲਈ ਕਿਸੇ ਨੇ ਕਰਨਾ ਨਹੀਂ। ਪਰ ਇਹ ਸਾਰਾ ਸੁਣ ਕੇ ਇੱਦਾਂ ਲੱਗਦਾ, ਦੇਖੋ ਮੈਂ ਫਿਰ ਕਹਿ ਰਹੀ ਹਾਂ ਕਿ ਆਈਡੀਅਲ ਜੀ ਚੀਜ਼ ਲੱਗਦੀ ਹੈ ਕਿ ਘਰ ਦਾ ਵੀ ਤੁਸੀਂ ਕਰ ਰਹੇ ਹੋ, ਤੁਸੀਂ ਬਾਹਰ ਦਾ ਵੀ ਕਰ ਰਹੇ ਹੋ, ਫਿਰ ਤੁਸੀਂ ਆਪਣੇ ਲਈ ਵੀ ਕੁਝ ਕਰਨਾ ਹੈ ਕਿ ਜਿਹੜੇ ਆਪਣੇ ਡਰੀਮਸ ਆ ਸਾਡੇ ਉਹ ਨਾ ਰਹਿ ਜਾਣ। ਚਾਹੇ ਤੁਸੀਂ ਆਪਣੇ ਆਪ ਨੂੰ ਪੜ੍ਹਾਈ ਦੀ ਗੱਲ ਹੈ, ਐਜੂਕੇਟ ਕਰਨ ਦੀ ਗੱਲ ਹੈ, ਉਹ ਐਸਾ ਇੱਕ ਸਰਕਲ ਜਾਂ ਸਾਈਕਲ ਬਣ ਜਾਂਦਾ ਜਿਹਦੇ ਵਿੱਚੋਂ ਔਰਤ ਫਸੀ ਮਹਿਸੂਸ ਕਰਦੀ ਹੈ ਆਪਣੇ ਆਪ ਨੂੰ। ਦੈਟਸ ਵਾਈ ਮੈਂ ਤੁਹਾਨੂੰ ਇਹ ਕੁਐਸਚਨ ਕੀਤਾ ਸੀ ਕਿ ਸਾਨੂੰ ਮੈਨੇਜ ਨਹੀਂ ਕਰਨਾ ਆ ਰਿਹਾ, ਵਧਿਆ, ਆਪਾਂ ਮੰਨ ਲਿਆ ਇਹ ਚੀਜ਼ ਹੈ, ਬਟ ਹਾਊ ਡੂ ਵੀ ਮੈਨੇਜ ਦੈਟ? That's such a big question, Navjot. I don't think we have any balance. ਫਿਰ ਕਿਤੇ ਨਾ ਕਿਤੇ ਸਾਨੂੰ ਛੱਡਣਾ ਪੈਂਦਾ ਕੁਝ, ਤੁਹਾਨੂੰ ਫਿਰ ਆਪ ਨੂੰ ਡਿਸਾਈਡ ਕਰਨਾ ਪੈਂਦਾ ਵੀ ਪ੍ਰਾਇਓਰਟਾਈਜ਼ ਕਰਨਾ ਪੈਂਦਾ ਵੀ ਆਹ ਵੇਲੇ ਕਿਹੜਾ ਕੰਮ ਤੁਹਾਨੂੰ ਜ਼ਰੂਰੀ ਆ, ਰਾਈਟ? ਸੋ ਬਹੁਤ ਚੀਜ਼ਾਂ ਫਿਰ ਲੈਟ ਗੋ ਕਰਨੀਆਂ ਪੈਂਦੀਆਂ, ਰਾਈਟ? ਲੈਟ ਗੋ ਕੀ ਕਰਦੇ ਹਾਂ ਅਸੀਂ? ਆਪਣਾ ਆਪ ਕਿ ਵੀ ਚੱਲ ਛੱਡੋ, ਆਪਣਾ ਆਪ ਹੀ ਕੁਰਬਾਨ ਕਰ ਦਿਓ। ਬੱਚਿਆਂ ਦਾ ਵੀ ਜ਼ਰੂਰੀ ਹੈ, ਹਸਬੈਂਡ ਦਾ ਵੀ ਜ਼ਰੂਰੀ ਹੈ, ਫੈਮਿਲੀ ਦਾ ਵੀ ਜ਼ਰੂਰੀ ਹੈ, ਇਨ-ਲॉज ਦਾ ਵੀ ਜ਼ਰੂਰੀ ਹੈ, ਆਪਣੇ ਆਪ ਨੂੰ ਫਿਰ ਪਿੱਛੇ ਰੱਖ ਲਿਆ। I think this is very hard. It is hard. It's hard because ਜੋ ਤੁਸੀਂ let go ਕਰਦੇ ਆ, let's say ਤੁਸੀਂ ਕਹਿੰਦੇ ਵੀ ਅਸੀਂ ਇੰਨੀ ਦੂਰ ਤੱਕ ਨਹੀਂ ਵਰਤਣਾ, let's say, right? ਫਿਰ ਤੁਹਾਨੂੰ ਉਧਰੋਂ ਖਿੱਚ ਪੈਂਦੀ ਆ, ਪ੍ਰੈਸ਼ਰ ਆਉਂਦਾ, ਰਾਈਟ? ਅਸੀਂ ਘਰ ਨਹੀਂ ਉਹਨਾਂ ਸਾਫ਼ ਕਰਨਾ, ਫਿਰ ਵੀ ਪ੍ਰੈਸ਼ਰ ਪੈਂਦਾ ਵੀ ਓਕੇ ਇਹਦਾ ਘਰ ਨਹੀਂ ਹੁਣ ਇੰਨਾ ਸਾਫ਼, ਕਿਉਂਕਿ ਉਹ ਬਾਹਰਲੇ ਹਾਲੇ ਐਕਸਪੈਕਟੇਸ਼ਨਸ, so we're living 2, 3, 4 lives. True. That's what I think. I think that as women we get tired and we're burnt out, right? We're living 2, 3, 4 lives. Yeah. Right? Especially I think when you are raising children in this community, ਤੁਸੀਂ ਉਹਨਾਂ ਨੂੰ ਈਸਟ ਵੈਲਿਊਜ਼ ਵੀ ਸਿਖਾਉਣਾ, ਵੈਸਟ ਵੈਲਿਊਜ਼ ਵੀ ਸਿਖਾਉਣਾ, ਸਕੂਲੇ ਵੀ ਭੇਜਣਾ। ਮੈਂ ਆਪਣੇ ਬੱਚਿਆਂ ਨੂੰ ਪੰਜਾਬੀ ਸਕੂਲ ਵੀ ਅਸੀਂ ਟਰਾਈ ਕਰਦੇ ਰਹੇ ਹਾਂ ਵੀ ਪੰਜਾਬੀ ਵੀ ਸਿੱਖ ਲਵੇ। So you're constantly living these 2, 3, 4 paths. ਇੱਕ ਕਾਰ ਆ 3-4 lanes ਦੇ ਵਿੱਚ ਚੱਲਦੀ ਆ। ਉਹਨਾਂ ਔਰਤਾਂ ਲਈ ਕੀ ਮੈਸੇਜ ਹੈ ਤੁਹਾਡਾ? I would say I don't have an answer for that. I'm still learning. But you can't have everything at the same time. Right? So time ਦੇ ਨਾਲ priorities ਬਣਾਉਣੀਆਂ ਪੈਣੀਆਂ, right? So I know when my kids were younger, ਉਦੋਂ ਮੈਂ part time ਕੰਮ ਕੀਤਾ ਸੀ because ਮੈਨੂੰ ਜ਼ਰੂਰੀ ਸੀ, it was my desire ਵੀ ਮੈਂ ਆਪਣੇ ਬੱਚੇ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰਾਂ, ਪਰ ਮੈਂ ਆਪਣਾ ਕੰਮ ਵੀ ਨਹੀਂ ਰੋਕਣਾ because ਮੈਨੂੰ ਪਤਾ ਸੀਗਾ if I want to get back in the professional field ਔਖਾ ਹੋ ਜਾਣਾ ਮੇਰੇ ਲਈ। So I worked part time, right? I did consulting work, ਜਿਹੜਾ ਸਵੇਰੋਂ 4-5 ਵਜੇ ਕਰ ਲੈਣਾ, ਜਦੋਂ ਬੱਚੇ ਸੁੱਤੇ ਹੁੰਦੇ ਸੀ ਮੈਂ ਉੱਠ ਕੇ ਕੰਪਿਊਟਰ 'ਤੇ ਲੱਗ ਜਾਣਾ, ਜਦੋਂ ਉੱਠ ਖੜੇ ਉਹਨਾਂ ਨਾਲ ਖੇਡਣ ਲੱਗ ਜਾਣਾ, ਉਹਨਾਂ ਦੇ ਨੀਡਸ ਪੂਰੇ ਕਰ ਲੈਣੇ, ਜਦੋਂ ਉਹਨਾਂ ਨੇ ਨੈਪ ਕਰਨਾ ਮੈਂ ਫਿਰ ਆਪਣਾ ਕੰਮ ਕਰ ਲੈਣਾ। So ਔਖੀ ਹੋ ਕੇ I managed the things that I wanted to manage. So you have to prioritize. You can't have everything all at the same time. How do you plan your day? ਇੱਕ ਟਿਪੀਕਲ ਤੁਹਾਡਾ ਦਿਨ ਕਿਹੋ ਜਿਹਾ ਹੁੰਦਾ? ਕਿੰਨੇ ਵਜੇ ਤੁਸੀਂ ਉੱਠਦੇ ਹੋ, ਕਿੰਨੇ ਵਜੇ ਤੁਸੀਂ ਬੈੱਡ 'ਤੇ ਜਾਂਦੇ ਹੋ? ਆਪਣੀ ਜਿਹੜੀ ਵੈਲਨੈਸ ਹੈ, ਮੈਂਟਲ, ਇਮੋਸ਼ਨਲ, ਫਿਜ਼ੀਕਲ ਵੈਲਨੈਸ ਹੈ, ਉਹਦੇ ਲਈ ਤੁਸੀਂ ਕੀ ਕਰਦੇ ਹੋ? Thank you. That's a good question, Navjot. I think a typical day varies. Every day is a little bit different, but every day ਥੋੜ੍ਹਾ ਜਿਹਾ ਮੈਂ ਆਪਣੀ ਪੜ੍ਹਾਈ ਲਈ ਟਾਈਮ ਦੇਣਾ। ਸੋ ਪੜ੍ਹਾਈ ਲਈ ਟਾਈਮ ਮੈਂ ਦੇਣਾ ਜਦੋਂ ਸਾਰਿਆਂ ਨੇ ਸੁੱਤੇ ਪਏ ਆ, ਬਿਕਾਜ਼ ਉਦੋਂ ਮੇਰੇ ਕੋਲ ਟਾਈਮ ਹੁੰਦਾ। ਸੋ ਸਾਰਿਆਂ ਤੋਂ ਉੱਠਣ ਤੋਂ ਪਹਿਲਾਂ ਘੰਟਾ ਮੈਂ ਪੜ੍ਹਨਾ, ਆਪਣੀ ਰਾਈਟਿੰਗ ਕਰਨੀ ਆ, ਉਦੋਂ ਕੋਈ ਉੱਠਿਆ ਵੀ ਨਹੀਂ ਹੁੰਦਾ। ਫਿਰ ਉੱਠ ਕੇ ਆਪਣੀ ਡੌਗੀ ਨੂੰ ਵਾਕ ਲਈ ਲੈ ਕੇ ਜਾਣਾ, ਉਹਨੂੰ ਵੀ ਸਾਂਭਣਾ। ਹੁਣ ਮੇਰੀ ਡਾਟਰ ਨੇ ਨਿੱਕੀ ਜੀ ਡੌਗੀ ਲੈਂਦੀ ਹੈ, ਸੋ ਉਹ ਵੀ ਹੋਰ ਕੰਮ ਪੈ ਗਿਆ ਸਾਨੂੰ। ਫੈਮਿਲੀ ਦੇ ਫਿਰ ਬ੍ਰੈਕਫਾਸਟ, ਲੰਚ, ਡਿਨਰ ਸਾਰੇ ਥਾਈਂ ਹਿੱਸਾ ਵੀ ਦੇਣਾ ਆ, ਕੰਮ ਕਰਨਾ ਸਾਰਾ ਦਿਨ। ਟਾਈਮ ਹੁੰਦਾ ਵੀ
ਲਾਈਕ ਮੇਰੇ ਲਈ ਬਹੁਤ ਜ਼ਰੂਰੀ ਆ ਵੀ ਮੈਂ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਕਰਾਂ, ਵਾਕ ਲਈ, ਜਾਂ ਅੱਗੇ ਪੈਂਡੈਮਿਕ ਤੋਂ ਪਹਿਲਾਂ ਤਾਂ ਗੋ ਟੂ ਦ ਜਿਮ ਜਾਂ ਕੋਈ ਗਰੁੱਪ ਫਿਟਨੈਸ। ਆਈ ਰੀਅਲੀ ਇੰਜੋਏ ਗਰੁੱਪ ਫਿਟਨੈਸ ਬਿਕਾਜ਼ ਉਦੋਂ ਉੱਥੇ ਮੈਨੂੰ ਇੱਦਾਂ ਹੁੰਦਾ ਵੀ ਤੁਹਾਨੂੰ ਅਕਾਊਂਟੇਬਿਲਿਟੀ ਹੁੰਦੀ ਆ, ਤੁਹਾਡੇ ਨਾਲ ਹੋਰ ਵੀ ਕੋਈ ਹੁੰਦੇ ਆ, ਅਤੇ ਨਾਲੇ ਜਿਹੜੀ ਐਨਰਜੀ ਰੂਮ 'ਚ ਹੁੰਦੀ ਹੈ ਥਰੂ ਗਰੁੱਪ ਫਿਟਨੈਸ, ਉਹ ਇਕੱਲੇ ਐਕਸਰਸਾਈਜ਼ ਕਰਕੇ ਮੈਨੂੰ ਨਹੀਂ ਉਹ ਮਜ਼ਾ ਨਹੀਂ ਮਿਲਦਾ ਗਾ। ਸੋ ਆਈ ਲਾਈਕ ਗਰੁੱਪ ਫਿਟਨੈਸ। ਸੋ ਕਿਸੇ ਫਰੈਂਡ ਨੂੰ ਕਹਿ ਦੇਣਾ ਚੱਲ ਮੇਰੇ ਨਾਲ ਵਾਕ ਕਰ ਆਉਣਾ, ਯੋਗਾ ਕਰ ਲੈਣਾ ਥੋੜ੍ਹਾ ਬਹੁਤਾ ਘਰੇ। ਰੀਸੈਂਟਲੀ ਆਈ ਬੀਨ ਡੂਇੰਗ ਮੋਰ ਮਾਈਂਡਫੁਲਨੈਸ ਐਕਟੀਵਿਟੀਜ਼। ਵਨ ਆਫ ਮਾਈ ਫਰੈਂਡਸ ਜੈਸ ਚੀਮਾ, ਉਹ ਵੀ ਗਰੁੱਪ ਕਰ ਰਹੀ ਆ ਥਰੂ ਜ਼ੂਮ। ਆਈਮ ਸ਼ੋਰ ਯੂ ਨੋ ਜੈਸ। ਉਹਦੇ ਵੀ ਮੈਂ ਗਰੁੱਪਸ ਕੀਤੇ ਆ ਦਿਸ ਈਅਰ, ਜਿਹ 'ਚ ਆਪਣੀ ਥੋੜ੍ਹੀ ਸਿੱਖੀ ਬਾਰੇ ਵੀ, ਯੋਗਾ ਬਾਰੇ ਵੀ, ਮਾਈਂਡਫੁਲ ਪ੍ਰੈਕਟਿਸ, ਸਟਰੈਚਿੰਗ ਹੋ ਜਾਂਦੀ ਹੈ। ਸੋ ਉਹ ਵੀ ਮੈਨੂੰ ਬਹੁਤ ਪਸੰਦ ਸੀ ਦਿਸ ਈਅਰ, ਜਿਹਦੇ ਨਾਲ ਥੋੜ੍ਹੇ ਮੈਂਟਲ ਸਪੋਰਟ ਹੋ ਜਾਂਦੀ ਹੈ, ਰਾਈਟ, ਅ ਪਲੇਸ ਟੂ ਕਾਮ ਯੋਰ ਮਾਈਂਡ ਡਾਊਨ। ਫॉर मी because ਜਿਹੜਾ ਮੇਰਾ day to day work is very mentally heavy, right? Lot of stress ਵੀ email answer ਕਰਨੀ ਆ, this meeting, that meeting, right? You're always stressed. So mental stress ਨੂੰ balance ਕਰਨਾ through physical exercise because ਉਹਦੇ ਨਾਲ ਤੁਹਾਡਾ brain actually calm down ਹੋ ਜਾਂਦਾ, right? And a place to just unwind, reading, writing, watching TV. I like watching dramas or listening to very old Hindi music. That's actually my favorite. Because I think ਜਿਹੜੇ ਆਪਣੇ ਪੁਰਾਣੇ ਗਾਣੇ ਆ ਉਹਨਾਂ 'ਚ ਤੁਸੀਂ ਬਸ ਤੁਸੀਂ disappear ਹੋ ਜਾਂਦੇ ਆ because ਜਿਹੜੀ ਉਹਨਾਂ ਦੀ meanings ਆ, the sounds, the rhythm is so different than more modern music. So ਮੈਂ ਬਹੁਤ enjoy ਕਰਦੀ ਹਾਂ ਪੁਰਾਣੇ ਆਪਣੇ ਹਿੰਦੀ ਗਾਣੇ। ਕੁਝ ਗੱਲਾਂ ਤੁਹਾਡੇ ਕੋਲ ਹੋਰ ਪੁੱਛਣੀਆਂ ਪਰ ਇੱਕ ਕਾਲਰ ਨੇ ਸਾਡੇ ਹੋਲਡ ਤੇ, ਆਪਾਂ ਉਹਨਾਂ ਦੀ ਗੱਲ ਸੁਣਦੇ ਹਾਂ। ਹਾਂਜੀ ਅਰਜੋਤ ਜੀ, ਹੈਲੋ। ਹਾਂਜੀ ਅਰਜੋਤ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕੀ ਹਾਲ ਜੀ? ਮੈਂ ਤੁਹਾਡੀ ਗੱਲਬਾਤ ਸੁਣਦਾ ਪਿਆ ਕਾਫੀ ਟਾਈਮ ਤੋਂ, ਮੈਨੂੰ ਬਹੁਤ ਵਧੀਆ ਲੱਗਦਾ ਪਿਆ ਜੀ। ਮੈਂ ਬਸ ਇਹਦੇ 'ਚ ਇੱਕ ਗੱਲ ਐਡ ਕਰਨੀ ਚਾਹੁੰਦਾ ਜੀ। ਇੱਕ ਤਾਂ ਮੇਰੀ ਵਾਈਫ ਦਾ ਬਰਥਡੇ ਹੈ ਅੱਜ, ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨੂੰ ਵਿਸ਼ ਕਰਨਾ ਚਾਹੁੰਦਾ। ਉਹ ਘਰ ਬੈਠੀ ਮੈਨੂੰ ਲੱਗਦਾ ਉਹ ਵੀ ਸੁਣਦੀ ਪਈ ਹੈ ਸ਼ੇਰੇ ਪੰਜਾਬ। ਕੀ ਨਾਮ ਹੈ ਉਹਨਾਂ ਦਾ? ਨਵਜੀਤ ਹੁਣਾਂ ਨੂੰ ਅਰਜੋਤ ਜੀ ਸਾਡੇ ਵੱਲੋਂ ਮੁਬਾਰਕਾਂ, ਤੁਹਾਨੂੰ ਵੀ ਮੁਬਾਰਕਾਂ। ਹਾਂਜੀ ਹਾਂਜੀ, ਥੈਂਕ ਯੂ ਜੀ। ਤੇ ਮੈਂ ਜੀ ਇੱਕ ਗੱਲ ਐਡ ਕਰਨੀ ਚਾਹੁੰਦਾ, ਬੀਇੰਗ ਏ ਮੈਨ, ਮੈਂ ਇੱਕ ਗੱਲ ਸੋਚਦਾ ਵੀ ਅਸੀਂ ਕਈ ਵਾਰ ਨਾ ਲੇਡੀਜ਼ ਨੂੰ ਕਾਫੀ ਜ਼ਿਆਦਾ ਸਟ੍ਰੈਸ ਦੇ ਦਿੰਦੇ ਹਾਂ। ਉਹਦਾ ਕਾਰਨ ਕੀ ਹੈ ਵੀ ਅਸੀਂ ਉਹਨਾਂ ਦੀ ਪੋਜੀਸ਼ਨ ਨੂੰ ਕਈ ਵਾਰ ਸਮਝ ਨਹੀਂ ਪਾਉਂਦੇ। ਉਹਨਾਂ ਨੂੰ ਘਰ ਵੀ ਕੰਮ ਕਰਨਾ ਪੈਂਦਾ, ਬਾਹਰ ਵੀ ਕੰਮ ਕਰਨਾ ਪੈਂਦਾ, ਤੇ ਅਸੀਂ ਜਿਹੜੇ ਮੈਨ, ਜਿਹੜੇ ਅਸੀਂ ਆਦਮੀ ਆ, ਅਸੀਂ ਤਾਂ ਸਿਰਫ ਬਾਹਰ ਦਾ ਕੰਮ ਕਰਕੇ ਥੱਕੇ ਟੁੱਟੇ ਆ ਕੇ ਆਰਡਰ ਕਰਦੇ ਆ, ਆਹ ਕਰ ਲਓ ਕਰ ਲਓ, ਕੁਛ ਨਾ ਉਹਨਾਂ ਨੇ ਕੁਛ ਕੀਤਾ ਹੋਵੇ ਤੇ ਜੈਲ ਕਰਦੇ ਉਹਨਾਂ ਨਾਲ। ਤੇ ਪਰ ਮੈਂ ਕਈ ਵਾਰੀ ਬੈਠਾ ਸੋਚਦਾ ਹੁੰਦਾ ਵੀ ਅਸੀਂ ਲੇਡੀਜ਼ ਦਾ ਦੇਣਾ ਨਹੀਂ ਦੇ ਸਕਦੇ, ਕਿੱਦਾਂ ਉਹ ਸਾਰਾ ਬੈਲੈਂਸ ਕਰਕੇ ਰੱਖਦੇ ਆ, ਆਪਣੇ ਬੱਚਿਆਂ ਨੂੰ ਵੀ ਸਾਂਭਦੇ ਆ, ਘਰ ਨੂੰ ਵੀ ਸਾਂਭਦੇ ਆ, ਬਾਹਰ ਦਾ ਕੰਮ ਵੀ ਕਰਦੇ ਆ। ਤੇ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਇਹੀ ਸਾਰੀ ਲੇਡੀਜ਼ ਨੂੰ, ਸਾਰੀਆਂ ਭੈਣਾਂ ਨੂੰ ਸਲੂਟ ਕਰਨਾ ਚਾਹੁੰਦਾ ਵੀ ਉਹਨਾਂ ਨੂੰ ਸਲਾਮ ਆ ਜਿਨ੍ਹਾਂ ਨੇ ਆਪਣਾ ਘਰ-ਬਾਰ ਸਾਰਾ ਕੁਝ ਸਾਂਭ ਕੇ ਰੱਖਦੀਆਂ। ਅਰਜੋਤ ਜੀ, ਮੈਨੂੰ ਕੋਈ ਸ਼ੱਕ ਨਹੀਂ ਤੁਹਾਡੀ ਕਿਸੇ ਨੀਅਤ ਤੇ, ਪਰ ਇਹ ਤਾਂ ਨਹੀਂ ਕਿ ਅੱਜ ਨਵਜੀਤ ਜੀ ਨੂੰ ਇਹ ਤੋਹਫਾ ਦੇਣ ਲਈ ਤੁਸੀਂ ਏਡੀ ਵੱਡੀ ਗੱਲ ਕਹਿ ਗਏ ਹੋ ਸਿਰਫ ਖੁਸ਼ ਕਰਨ ਦੇ ਚੱਕਰ ਦੇ ਵਿੱਚ। ਹਾਂ, ਆਈ ਹੋਪ ਸੋ ਸੁਣਦੀ ਹੋਵੇ, ਪਰ ਜੇ ਸੁਣਦੇ ਆ ਤੇ ਫਿਰ ਬਹੁਤ ਵਧੀਆ। ਪਰ ਇਹ ਮੈਂ ਸਾਰਿਆਂ ਲਈ ਇੱਕ ਮੈਸੇਜ ਦਿੱਤਾ, ਸਾਰੇ ਆਪਣੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਇਸ ਦੇ ਥਰੂ ਜੀ ਵੀ ਲੇਡੀਜ਼ ਦਾ ਆਪਾਂ ਸਤਿਕਾਰ ਕਰੀਏ, ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਆਪਾਂ ਕਦੇ। ਸ਼ੁਕਰੀਆ ਤੁਹਾਡਾ ਕਾਲ ਕਰਨ ਲਈ, ਥੈਂਕ ਯੂ ਸੋ ਮਚ ਜੀ। ਦਲਜੀਤ, ਕੀ ਕਹੋਗੇ? What a nice call. What a nice call. And I think ਜਿੰਨਾ ਨਾ ਵੀਰ ਜੀ ਨੇ ਕਿਹਾ ਵੀ ਓਕੇ ਤੁਸੀਂ ਲੇਡੀਜ਼ ਨੂੰ ਥੈਂਕ ਯੂ ਕਰਨਾ, ਪਰ ਆਈ ਥਿੰਕ ਆਪਣੇ ਆਦਮੀਆਂ ਨੂੰ, ਬੰਦਿਆਂ ਨੂੰ ਵੀ ਆਪਣੇ ਆਪਣੇ ਸਟਰੈਸ ਹੈਗੇ ਆ, ਆਪਾਂ ਉਹ ਵੀ ਨਹੀਂ ਡਿਸਕਾਊਂਟ ਕਰਦੇ। ਵੈਸਟਰਨ ਲਿਵਿੰਗ 'ਚ, ਮਾਡਰਨ ਲਿਵਿੰਗ 'ਚ ਸਟਰੈਸ ਹੈਗੇ ਸਾਰਿਆਂ ਨੂੰ, ਤਰ੍ਹਾਂ ਦੇ ਨਵੇਂ ਸਟਰੈਸ ਆ ਜਿਹੜੇ ਆਪਾਂ ਯੂਜ਼ ਟੂ ਨਹੀਂ। ਬੱਚੇ ਪਾਲਣੇ ਕਿੰਨੇ ਸਟਰੈਸ ਆ, ਰਾਈਟ? ਸੋ ਆਈ ਥਿੰਕ ਇੱਕ ਦੂਜੇ ਨੂੰ ਸਮਝਣਾ, ਲਾਈਕ ਆਈ ਸੈਡ, ਹਾਰਮਨੀ ਵਿੱਚ ਰਹਿਣਾ, ਡਾਇਲੋਗ ਥਰੂ, ਦੈਟਸ ਦ ਮੋਸਟ ਇੰਪੋਰਟੈਂਟ ਥਿੰਗ। ਪਰ ਇੱਕ ਚੀਜ਼ ਤਾਂ ਹੈਗੀ ਹੈ ਨਾ ਵੀ ਚਲੋ ਔਰਤ ਨੇ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਘਰ ਦੀ ਇਕੋਨਮੀ ਦੇ ਵਿੱਚ, ਬਾਹਰੋਂ ਕਮਾ ਕੇ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਇਹ ਜਿਵੇਂ ਗੱਲ ਕਰਕੇ ਗਏ ਅਰਜੋਤ ਹੁਣੀ, ਹਾਲੇ ਬਹੁਤ ਵੱਡੀ ਕਮੀ ਹੈ ਕਿ ਘਰ ਦੇ ਵਿੱਚ ਜਾਂ ਘਰ ਦੇ ਕੰਮਾਂ ਦੇ ਵਿੱਚ ਆਦਮੀ ਹਿੱਸਾ ਪਾਉਣਾ ਸ਼ੁਰੂ ਕਰ ਦੇਣ। ਹਾਂਜੀ, ਹੈ ਨਾ? ਔਰਤਾਂ ਦੀ ਇੱਛਾ ਤਾਂ ਜ਼ਰੂਰ ਰਹਿੰਦੀ ਹੈ, ਜਾਂ ਔਰਤ ਇਸ ਗੱਲ ਨੂੰ ਹਮੇਸ਼ਾ ਟਰਾਈ ਕਰਦੀ ਹੈ ਇਸ ਚੀਜ਼ ਨੂੰ ਕਰਨ ਦੀ ਕਿ ਵੀ ਜਿੰਨਾ ਮੈਂ ਮੈਕਸੀਮਮ ਕਰ ਲਵਾਂ, ਵੱਧ ਤੋਂ ਵੱਧ ਕਰ ਲਵਾਂ। ਪਰ ਫਿਰ ਵੀ ਬਹੁਤ ਘਰਾਂ ਦੇ ਵਿੱਚ ਹੁਣ ਆਦਮੀਆਂ ਨੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਆ। ਈਵਨ ਕਿਚਨ ਦੇ ਵਿੱਚ ਹੈਲਪ ਕਰਦੇ ਨੇ, ਲਾਂਡਰੀ ਦੇ ਵਿੱਚ ਹੈਲਪ ਕਰਦੇ ਨੇ, ਕਲੀਨਅਪ ਦੇ ਵਿੱਚ
ਈਜ਼ੀ ਹੋ ਜਾਂਦਾ ਜਿੰਨਾ ਅਸੀਂ ਐਕਸੈਪਟ ਕਰ ਲੈਂਦੇ ਹਾਂ ਜਾਂ ਸਮਝਣਾ ਸ਼ੁਰੂ ਕਰ ਦਿੰਦੇ ਹਾਂ। ਗੱਲ ਇਹ ਹੈ ਕਿ ਸਾਡੇ ਇੱਕ ਤਾਂ ਲੈਕ ਆਫ ਅੰਡਰਸਟੈਂਡਿੰਗ ਹੈ, ਅਸੀਂ ਇੱਕ ਦੂਜੇ ਨੂੰ ਸਮਝਦੇ ਘੱਟ ਹਾਂ। ਦੂਸਰਾ ਲੈਕ ਆਫ ਕਮਿਊਨੀਕੇਸ਼ਨ ਬਹੁਤ ਵੱਡੀ ਚੀਜ਼ ਹੈ ਕਿ ਅਸੀਂ ਕਮਿਊਨੀਕੇਟ ਨਹੀਂ ਕਰਦੇ ਆਪੋ ਆਪਣੇ। ਅਸੀਂ ਏਰੀਆਜ਼ ਦੇ ਵਿੱਚ ਸਾਨੂੰ ਇਹ ਲੱਗਦਾ ਕਿ ਅਸੀਂ ਸਪੈਸ਼ਲਾਈਜ਼ ਕਰਦੇ ਹਾਂ। ਬਹੁਤ ਵੱਡੀ ਗਿਣਤੀ ਉਹਨਾਂ ਔਰਤਾਂ ਦੀ ਵੀ ਦਿਲਜੀਤ ਸ਼ਾਇਦ ਹੈਗੀ ਹੈ ਜਿਨ੍ਹਾਂ ਨੂੰ ਯਕੀਨ ਹੀ ਹੈ ਨਹੀਂ ਕਿ ਵੀ ਉਹਨਾਂ ਦੀ ਜਗ੍ਹਾ 'ਤੇ ਘਰ ਕੋਈ ਹੋਰ ਬੰਦਾ ਜਿਹੜਾ ਉਹ ਕੰਮ ਸਾਂਭ ਲਊਗਾ। ਇਸ ਕਰਕੇ ਵੀ ਉਹਨਾਂ ਦਾ ਜਿਹੜਾ ਸਟ੍ਰੈਸ ਹੈ ਉਹ ਲਗਾਤਾਰ ਬਣਿਆ ਰਹਿੰਦਾ, ਵੱਧਦਾ ਰਹਿੰਦਾ। ਤੁਸੀਂ ਸੌਰੀ ਮੈਂ ਵਿੱਚ ਤੁਹਾਨੂੰ ਕੱਟ ਆਫ ਕਰ ਦਿੱਤਾ ਸੀ ਜਿਸ ਵੇਲੇ ਅਰਜੋਤ ਹੁਣੀ ਆਏ, ਗੱਲ ਕਰ ਰਹੇ ਸੀ ਕਿ ਵੈਲਨੈਸ ਦੀ, ਕਿ ਵੈਲਨੈਸ ਜਿਹੜੀ ਸੈਲਫ ਕੇਅਰ ਹੈ ਉਹ ਕਿੰਨੀ ਇੰਪੋਰਟੈਂਟ ਹੈ। ਮੈਂ ਤੁਹਾਡੇ ਕੋਲੋਂ ਖਾਸ ਕਰਕੇ ਇਹ ਜਾਣਨਾ ਚਾਹੁੰਦੀ ਹਾਂ ਕਿਉਂਕਿ ਤੁਸੀਂ ਔਰਤਾਂ ਦੀ ਵੈਲਨੈਸ 'ਤੇ ਵੀ ਕੰਮ ਕਰ ਰਹੇ ਹੋ। ਮਾਈਂਡ ਸ਼ਿਫਟ ਵੈਲਨੈਸ ਨਾਂ ਦਾ ਜਿਹੜਾ ਤੁਹਾਡਾ ਇਨੀਸ਼ੀਏਟਿਵ ਹੈ ਉਹਦੇ ਥਰੂ ਵੀ ਕੰਮ ਕਰ ਰਹੇ ਹੋ। ਬਹੁਤ ਵਾਰ ਇੱਕ ਵਾਰੀ ਨਹੀਂ ਬਹੁਤ ਵਾਰ ਔਰਤਾਂ ਇਹ ਗੱਲ ਮਹਿਸੂਸ ਕਰਦੀਆਂ ਨੇ ਕਿ ਜਿਹੜੀ ਆਪਣੀ ਜਿਹੜੀ ਕੇਅਰ ਹੈ, ਸੈਲਫ ਕੇਅਰ ਹੈ, ਉਹਨੂੰ ਉਹ ਪਿੱਛੇ ਪਾ ਦਿੰਦੀਆਂ ਨੇ, ਜਿਹੜਾ ਕਿ ਲੇਟਰ ਸਟੇਜ 'ਤੇ ਜਾ ਕੇ ਉਹ ਰੀਅਲਾਈਜ਼ ਕਰਦੀਆਂ ਨੇ ਕਿ ਵੀ ਆਪਣਾ ਫਿਜ਼ੀਕਲੀ, ਇਮੋਸ਼ਨਲੀ ਜਾਂ ਮੈਂਟਲੀ ਉਹਨਾਂ ਨੇ ਕਿੰਨਾ ਆਪਣੇ ਆਪ ਨੂੰ ਡੈਮੇਜ ਕਰ ਲਿਆ ਹੈਗਾ। ਵਾਟ ਵੁੱਡ ਯੂ ਸੇ ਅਬਾਊਟ ਦੈਟ ਕਿ ਸੈਲਫ ਕੇਅਰ ਦੀ ਜਿਹੜੀ ਔਰਤਾਂ ਲਈ ਇੰਪੋਰਟੈਂਸ ਕਿੰਨੀ ਜ਼ਿਆਦਾ ਹੈ? ਬਹੁਤ ਜ਼ਿਆਦਾ ਔਰ ਅੰਡਰਮਾਈਨ ਕਰਦੇ ਹਾਂ ਅਸੀਂ ਮੋਸਟ ਆਫ ਦ ਟਾਈਮਸ। ਬਹੁਤ ਜ਼ਰੂਰਤ ਹੈ ਅਤੇ ਆਪਾਂ ਟੋਟਲੀ ਅੰਡਰਮਾਈਨ ਕਰਦੇ ਹਾਂ ਜਿਹੜੇ ਆਪਣੇ ਨੀਡਸ ਆ। ਸੋ ਇਹ ਵੀ ਲਾਈਫ ਦਾ ਇੱਕ ਹਿੱਸਾ ਹੀ ਹੈ ਜਿਹੜਾ ਤੁਹਾਨੂੰ ਟਾਈਮ ਦੇਣਾ ਪੈਣਾ, ਰਾਈਟ? ਅਤੇ ਟਾਈਮ ਆਪੇ ਨਹੀਂ ਇਹ ਬਣਨਾ, ਇਹ ਤੁਹਾਨੂੰ ਡਿਲੀਬਰੇਟਲੀ ਟਾਈਮ ਕੱਢਣਾ ਪੈਂਦਾ। ਜਿਹੜਾ ਵੀ ਆਪਾਂ ਕੋਈ ਕੰਮ ਕਰਨਾ ਉਹ ਡਿਲੀਬਰੇਟਲੀ ਟਾਈਮ ਕੱਢਣਾ ਪੈਂਦਾ। ਅਤੇ ਫਿਜ਼ੀਕਲੀ ਵੀ ਨੋ ਫॉर women there's more health issues now than before. Western living is giving us more health issues. So you have to take time for exercise, eating right, socializing, right? A place to talk, unwind, debrief, right? ਆਪਣੀ ਦਿਲ ਦੀ ਗੱਲਾਂ ਕਰਨੀਆਂ। That's why for Mind Shift Wellness, that's our focus, is creating that space for women to unpack, but to start to feel empowered and to find their purpose again, right? Who am I? And mostly you think about that middle age, older age, ਫਿਰ ਤੁਸੀਂ ਸੋਚਣਾ ਵੀ oh okay, who am I? We don't think about that when we're younger, but ਜਦੋਂ ਆਪਾਂ when you're middle age is a really good time to start to really go deep into that. ਵੈਸੇ ਤਾਂ ਆਪਾਂ I think for girls we want to start earlier and having them have a better understanding of who they are early on. They can make choices when they're younger that will be helpful to them over life. ਬਾਕੀ ਇਹ ਗੱਲ ਦੇ ਵਿੱਚ ਬਹੁਤ ਦਮ ਹੈ ਕਿ ਜਦੋਂ ਕੁੜੀਆਂ ਛੋਟੀਆਂ ਹੀ ਆ ਉਹਨਾਂ ਦੀ ਯੰਗ ਏਜ ਦੇ ਵਿੱਚ ਜੇ ਅਸੀਂ ਇਹ ਚੀਜ਼ਾਂ ਉਹਨਾਂ ਨੂੰ ਰਿਅਲਾਈਜ਼ ਕਰਾਉਣਾ ਸ਼ੁਰੂ ਕਰ ਦਈਏ ਕਿ ਉਹ ਆਪਣਾ ਆਪ ਪਹਿਚਾਨਣਾ ਸ਼ੁਰੂ ਕਰਨ, ਆਪਣੀਆਂ ਸਟਰੈਂਥਸ ਦੇਖਣ, ਆਪਣੀਆਂ ਵੀਕਨੈਸਿਸ ਦੇਖਣ। ਜਦੋਂ ਤੱਕ ਉਹ ਇੱਕ ਕੁੜੀ ਔਰਤ ਬਣਦੀ ਹੈ, ਮੈਚਿਓਰ ਹੁੰਦੀ ਹੈ, ਉਸ ਵੇਲੇ ਤੱਕ ਸ਼ਾਇਦ ਜਿਹੜਾ ਆਪਣਾ ਪਰਪਸ ਹੈ ਜਾਂ ਆਪਣੇ ਆਪ ਦੀ ਪਛਾਣ ਕਰਨੀ ਉਹ ਸੌਖੀ ਹੋ ਜਾਂਦੀ ਹੈ। ਉਹ ਚੈਲੰਜਸ ਘੱਟ ਜਾਣਗੇ ਜਿਹੜੇ ਅਕਸਰ ਔਰਤਾਂ ਆਪਣੀ ਏਜ ਦੇ ਵਿੱਚ ਮਹਿਸੂਸ ਕਰਦੀਆਂ ਨੇ। ਦਿਲਜੀਤ, ਅਖੀਰ 'ਚ ਕੀ ਕਹਿਣਾ ਚਾਹੁੰਦੇ ਹੋ ਸਾਡੇ ਸੁਣਨ ਵਾਲਿਆਂ ਨੂੰ? ਤੁਹਾਡਾ ਗੱਲਾਂ ਕਰਕੇ ਮੈਂ ਦੱਸਦੀ ਹਾਂ ਕਿ ਮੈਨੂੰ ਤਾਂ ਬਹੁਤ ਚੰਗਾ ਲੱਗਾ। ਬਾਕੀ ਉਮੀਦ ਕਰਦੀ ਹਾਂ ਕਿ ਸੁਣਨ ਵਾਲੇ ਨੇ ਵੀ ਤੁਹਾਡੀ ਜਿਹੜੀ ਗੱਲਬਾਤ ਹੈ ਉਹ ਪਸੰਦ ਕੀਤੀ ਹੋਏਗੀ। ਹੋਰ ਤੁਹਾਡੇ ਦਿਲ 'ਚ ਇਹੋ ਜਿਹੀ ਕੋਈ ਗੱਲਬਾਤ ਜਿਹੜੀ ਮੈਂ ਤੁਹਾਡੇ ਕੋਲੋਂ ਪੁੱਛ ਨਾ ਸਕੀ ਹੋਵਾਂ ਤੁਹਾਡੇ ਦਿਲ 'ਚ ਹੋਵੇ? ਕੋਈ ਇੱਦਾਂ ਦੀ ਤਾਂ ਹੈ ਨਹੀਂ ਕਿ I can't think of anything off the top of my head. ਇਹੀ ਆ ਵੀ thank you for the time on the show, and I'm always available for conversation with other women, with men, whoever, for support. And I think enjoy life. Life is short and goes fast, and so enjoy yourself. Talk to yourself, find out who you are, and do something for yourself. ਭਾਵੇਂ ਥੋੜੇ ਦਿਨ 'ਚ ਥੋੜਾ ਹੀ ਟਾਈਮ ਹੋਵੇ, 5 ਮਿੰਟ ਹੀ ਹੋਵੇ, right? But start to create a little bit of space in your day for you. ਤੇ ਜੋ ਤੁਸੀਂ ਥੋੜੀ ਜਿਹੀ ਜਗ੍ਹਾ ਬਣਾਓਗੇ, ਉਹ ਮੰਨ ਲਈ ਤੁਹਾਡਾ ਅਟੈਂਸ਼ਨ ਉਧਰ ਨੂੰ ਜਾਓ ਅਤੇ ਤੁਹਾਡੀ ਆਪਦੀ ਸੈਲਫ ਕੇਅਰ ਅਤੇ ਵੈਲਨੈਸ ਵੱਲ ਤੁਹਾਡਾ ਧਿਆਨ ਜ਼ਰੂਰ ਜਾਊਗਾ। ਕਦੇ ਫਰਸਟ੍ਰੇਸ਼ਨ ਹੁੰਦੀ ਹੈ? ਆਫ ਕੋਰਸ ਐਵਰੀ ਡੇ ਹੁੰਦੀ ਆ। ਓਕੇ, ਇਹ ਦੱਸੋ ਕਿ ਫਰਸਟ੍ਰੇਸ਼ਨ ਕਿਹੜੀ ਗੱਲ ਤੋਂ ਹੁੰਦੀ ਹੈ ਅਤੇ ਕਿੱਦਾਂ ਤੁਸੀਂ ਓਵਰਕਮ ਕਰਦੇ ਆ? ਕਿਉਂਕਿ ਹੁਣ ਤੁਸੀਂ ਕਿਹਾ ਨਾ ਐਵਰੀ ਡੇ, ਇਹ ਸਾਡੀ ਰੋਜ਼ ਦੀ ਕਹਾਣੀ ਹੈ। ਯੈਸ, ਉਹ ਤੁਹਾਡੇ ਕੰਮ 'ਤੇ ਸਟ੍ਰੈਸ ਹੁੰਦਾ, ਤੁਹਾਡੇ ਕੰਮ ਨਹੀਂ ਨਿਬੜਦਾ, ਤੁਹਾਨੂੰ ਯੂਰ ਬੌਸ ਵਾਂਟਸ ਯੂ ਟੂ ਡੂ ਵਨ ਥਿੰਗ, ਤੁਹਾਡੇ ਕੋਲ ਇਨਫ ਟਾਈਮ ਨਹੀਂ ਹੁੰਦਾ, ਤੁਸੀਂ ਘਰ ਜਾਂਦੇ ਆ, ਰਾਈਟ? ਉਹ ਭਾਂਡੇ ਨਹੀਂ ਕਿਸੇ ਨੇ ਧੋਤੇ, ਕੌਣ ਧੋ, ਰਾਈਟ? ਲਾਈਕ ਇਹੀ ਹੁੰਦਾ ਆ। ਫਿਰ ਕਦੇ ਬੱਚੇ ਨੂੰ ਇੱਧਰ ਲੈ ਕੇ ਜਾਣਾ, ਉੱਧਰ ਲੈ ਕੇ ਜਾਣਾ, ਮੇਰਾ ਪੜ੍ਹਾਈ ਦਾ ਚੱਕਰ ਵੀ ਹੁੰਦਾ ਵਿੱਚ, ਫਿਰ ਉਹਨੂੰ ਵੀ ਟਾਈਮ ਦੇਣਾ। ਮੈਨੂੰ ਇੱਕ ਸਟੋਰੀ ਯਾਦ ਆਉਂਦੀ ਹੈ। ਇੱਕ ਦਿਨ, ਹੁਣ ਤਾਂ 2 ਸਾਲ ਹੀ ਹੋ ਗਏ ਆ, ਉਦੋਂ ਮੇਰੇ ਬੱਚੇ ਵੀ ਥੋੜ੍ਹੇ ਹਾਲੇ ਛੋਟੇ ਸੀਗੇ। ਉੱਧਰੋਂ ਮੇਰੇ ਕੰਮ ਦੇ ਈਮੇਲ ਨਾ ਨਿਬੜੇ, ਭੁੱਖ ਲੱਗੀ ਹੋਈ, ਘਰ ਦੇ ਕੰਮ ਵੀ ਕਰਨ ਵਾਲੇ ਆ,
ਕਰਨ ਵਾਲੇ ਸੀਗੇ ਅਸਾਈਨਮੈਂਟ ਡੂ ਮੈਂ ਆਪਣੇ ਕਿਚਨ 'ਚ ਬੈਠੀ ਨਾਲੇ ਮੈਂ ਆਪਣੇ ਲੈਪਟਾਪ 'ਤੇ ਆਪਦੀ ਅਸਾਈਨਮੈਂਟ ਕਰੀ ਆਵਾਂ ਨਾਲੇ ਮੇਰੇ ਅੱਖਾਂ ਤੋਂ ਲਾਈਕ ਮੇਰੇ ਟੀਅਰਸ ਡਿੱਗੀ ਆਵੇ ਨਾਲੇ ਮੈਂ ਰੋਈ ਆਵਾਂ ਨਾਲੇ ਮੈਂ ਆਪਣਾ ਹੋਮਵਰਕ ਕਰੀ ਆਵਾਂ ਨਾਲੇ ਬੱਚਿਆਂ ਨੂੰ ਕਿਹਾ ਪਲੀਜ਼ ਮੈਨੂੰ 10 ਮਿੰਟ ਦੇ ਦਿਓ ਮੈਂ ਆਹ ਫਿਨਿਸ਼ ਕਰਨਾ ਬਿਕਾਜ਼ ਪੜ੍ਹਾਈ ਲਈ ਵੀ ਤੁਹਾਨੂੰ ਕੌਨਸਨਟ੍ਰੇਸ਼ਨ ਟਾਈਮ ਚਾਹੀਦਾ ਰਾਈਟ ਸੋ ਯੂ ਨੋ ਆਈ ਲੁੱਕ ਐਟ ਦੋਜ਼ ਟਾਈਮਸ ਦੋਜ਼ ਆਰ ਫਰਸਟ੍ਰੇਟਿੰਗ ਦੋਜ਼ ਆਰ ਸਟ੍ਰੈਸਫੁਲ ਐਟ ਦ ਸੇਮ ਟਾਈਮ I think because you know I have a boy and a girl ਉਹਨਾਂ ਨੂੰ ਵੀ is showing role modeling ਵੀ ਜਦੋਂ ਤੁਸੀਂ ਆਪਣੀ ਲਾਈਫ 'ਚ ਕੁਛ ਚਾਹੁੰਦੇ ਆ ਉਹ ਈਜ਼ੀ ਨਹੀਂ ਹੁੰਦਾ you have to work hard for it ਤੇ ਬਹੁਤ ਕੁਝ ਸੈਕਰੀਫਾਈਸ ਵੀ ਕਰਨਾ ਪੈਂਦਾ ਐਂਡ ਤੁਸੀਂ ਔਖੇ ਵੀ ਹੋਣਾ ਪਰ ਔਖੇ ਹੋ ਕੇ ਵੀ ਤੁਸੀਂ ਸਟਿਲ ਕੰਟੀਨਿਊ ਕਰ ਸਕਦੇ ਆ ਸੋ I always tell my kids ਵੀ ਜੇ ਤੁਸੀਂ ਮੈਥੋਂ 2-3 ਚੀਜ਼ਾਂ ਸਿੱਖਣੀ ਇੱਕ ਤਾਂ ਹੈਗਾ ਵੀ ਪੜ੍ਹਾਈ ਨੂੰ ਪਿਆਰ ਕਰੋ right love reading formally ਜਾਂ informally I ਨਹੀਂ ਹੈਗਾ ਵੀ post secondary ਤੁਸੀਂ everyday ਕੁਛ ਨਾ ਕੁਛ ਜ਼ਰੂਰ ਪੜ੍ਹੋ like read because so you're expanding yourself and your thinking ਦੂਜੀ ਗੱਲ ਆ ਵੀ ਜਿਹੜਾ ਤੁਸੀਂ ਕੰਮ ਚਾਹੁੰਦੇ ਆਪਣੇ ਲਈ ਤੁਸੀਂ ਉਹਨੂੰ 100% ਹੋ ਕੇ commit ਕਰੋ have determination ਤੇ determination ਤੁਹਾਨੂੰ persevere ਕਰਨਾ ਪੈਣਾ ਔਖੇ ਜਾਂ ਸੌਖੇ go through it ਤੇ to go through it you have to have grit so I said that to my daughter one time ਉਹ ਕਹਿੰਦੀ grit ਕੀ ਆ and I said but the grit is grip ਵੀ ਤੁਸੀਂ ਜਿਹੜੀ ਚੀਜ਼ ਚਾਹੁੰਦੇ ਤੁਸੀਂ ਉਹਨੂੰ ਗ੍ਰਿਪ ਕਰ ਲਓ ਅਤੇ ਮੈਂ ਛੱਡਣਾ ਨਹੀਂ ਭਾਵੇਂ ਕੁਛ ਹੋ ਜਾਵੇ ਸੋ ਫਿਰ ਤੁਸੀਂ ਉਹਨੂੰ ਗ੍ਰਿਪ ਕਰਕੇ ਰੱਖਣਾ ਅਤੇ ਉਹਦੇ 'ਤੇ ਧਿਆਨ ਰੱਖਣਾ ਐਂਡ ਵਟ ਐਵਰ ਕਮਜ਼ ਯੋਰ ਵੇ ਫਿਰ ਤੁਸੀਂ ਹੈਂਡਲ ਕਰ ਸਕਦੇ ਆ ਇੱਕ ਛੋਟਾ ਜਿਹਾ ਸਵਾਲ ਹੋਰ ਹਾਂਜੀ ਕੋਈ ਪੋਲੀਟੀਕਲ ਐਸਪੀਰੇਸ਼ਨਸ ਵੀ ਹੈਗੀਆਂ ਨਹੀਂ I am a researcher and educator, so I'm very happy with my influence through my community work. I think ਤੁਸੀਂ ਕਮਿਊਨਿਟੀ ਵਿੱਚ ਜਦੋਂ ਇਨਵੋਲਵ ਹੁੰਦੇ ਆ ਲਾਈਕ ਥਰੂ ਕਮਿਊਨਿਟੀ ਆਰਗੇਨਾਈਜੇਸ਼ਨਸ ਵੋਲੰਟੀਅਰ ਕਰਦੇ ਆ ਜਾਂ ਫੋਰਮ ਨਾਨ ਪ੍ਰੋਫਿਟ you have opportunity to do really deep change and that's very important to me. ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ ਦਲਜੀਤ ਥੈਂਕ ਯੂ ਸੋ ਮਚ You're so welcome. Thank you for having me. ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਲਜੀਤ ਗਿੱਲ ਵਿਦੇਸ਼ਾ ਹੁਣਾਂ ਦੇ ਨਾਲ ਇੰਨੀ ਹੀ ਗੱਲਬਾਤ